ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਲਾ ਤੀਜਾ। ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ। ਹਰ ਜੀਉ ਸਫਲਿਉ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਉ ਵਾਰੀ ਜੀਉ ਵਾਰੀ, ਸਤ ਸੰਗਤ ਮੇਲ ਮਿਲਾਵਣਿਆ। ਹਰ ਸਤ ਸੰਗਤ ਆਪੇ ਮਿਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ। ਹਰ ਸਤ ਸੰਗਤ ਆਪੇ ਮਿਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਤੇਜੋ ਨੰਦਨ ਗੁਰਸਿੱਖੀ ਦੇ ਧੁਰੇ ਨੂੰ ਸਾਜਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਨੇ ਗੋਇੰਦਵਾਲ ਸ਼ਹਿਰ ਨਗਰ ਵਸਾਉਣਾ ਕੀਤਾ। ਗੋਇੰਦਵਾਲ ਸਿੱਖੀ ਦਾ ਧੁਰਾ ਕਿਹਾ ਜਾਂਦਾ। ਖੈਰ, ਅੱਜ ਦੇ ਪਵਿੱਤਰ ਬਚਨਾਂ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹੋਏ ਕੀ ਕਹਿ ਰਹੇ ਹਨ? ਮਾਝ ਮਹੱਲਾ ਤੀਜਾ। ਸਤਿਗੁਰ ਸੇਵਿਆ ਵੱਡੀ ਵਡਿਆਈ। ਗੁਰੂ ਦੀ ਸੇਵਾ ਤੇ ਸਿਮਰਨ ਵਿੱਚ ਹੀ ਜੀਵਨ ਨੂੰ ਵਡਿਆਈ ਮਿਲਦੀ ਹੈ। ਜੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰਦਾ। ਇਹ ਘਟਨਾ ਖੁਦ ਗੁਰੂ ਅਮਰਦਾਸ ਜੀ ਨਾਲ ਵੀ ਵਰਤੀ ਆ। ਤੇ ਕੱਲ੍ਹ ਆਪਾਂ ਗੁਰਤਾ ਗੱਦੀ ਦਿਵਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਨਾਇਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਸੇਵਾ ਤੇ ਸਿਮਰਨ ਕਰਕੇ ਉਹ ਤਾਕਤ ਪ੍ਰਾਪਤ ਕੀਤੀ, ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਤਾਂ ਉਹ ਜਿਨ੍ਹਾਂ ਦੇ ਸਿਰ ਤੇ ਮਾਤਾ ਪਿਤਾ ਦਾ ਸਾਇਆ ਵੀ ਨਹੀਂ, ਪਰ ਜਦੋਂ ਸੰਜੋਗ ਕਰਕੇ ਜਾਂ ਪਰਮੇਸ਼ਰ ਦੀ ਕਿਰਪਾ ਕਰਕੇ ਉਹਨਾਂ ਦਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਆਉਣਾ ਹੋਇਆ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਉਹਨਾਂ ਨੇ ਬਚਪਨ ਤੋਂ ਲੈ ਕੇ ਸੇਵਾ ਕੀਤੀ ਤੇ ਗੁਰੂ ਰੀਝ ਗਿਆ। ਜਿਨ੍ਹਾਂ ਤੇ ਗੁਰੂ ਰੀਝ ਗਿਆ, ਪਾਤਸ਼ਾਹ ਦਾ ਬਚਨ ਹੈ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਗੌਣ ਕਰੇ ਚਾਹੁ ਕੁੰਟਕਾ ਘੜੀ ਨ ਬੈਸਣ ਸੋਏ। ਚਿੱਤ ਆਵੈ ਪ੍ਰਭ ਆਪਣਾ, ਚਿੱਤ ਆਵੈ ਉਸ ਪ੍ਰਭ ਆਪਣਾ, ਮਨ ਤਨ ਸੀਤਲ ਹੋਏ। ਜੇ ਪਰਮੇਸ਼ਰ ਯਾਦ ਆ ਜਾਵੇ ਤੇ ਚਿੰਤਾਵਾਂ ਖਤਮ ਹੋ ਜਾਂਦੀਆਂ, ਟੈਨਸ਼ਨਾਂ ਖਤਮ ਹੋ ਜਾਂਦੀਆਂ।
तो सतगुरु रामदास महाराज जी ਜਿਹੜੇ ਘੁੰਗਣੀਆਂ ਵੇਚ ਕੇ ਸਮਾਂ ਲੰਘਾਉਂਦੇ ਸੀ, ਜਦੋਂ ਸੰਗਤ ਦੀ ਕਿਰਪਾ ਨਾਲ ਸੰਗਤ ਆ ਰਹੀ ਸੀ ਨਾ, ਤੇ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਚੱਲੇ ਹੋ? ਕਹਿੰਦੇ ਗੋਇੰਦਵਾਲ ਸਾਹਿਬ। ਉਹਨਾਂ ਦੇ ਨਾਲ ਜਦ ਗੋਇੰਦਵਾਲ ਸਾਹਿਬ ਗੁਰੂ ਦੀ ਹਜ਼ੂਰੀ 'ਚ ਆਏ, ਭਾਵੇਂ ਸ਼ੁਰੂਆਤ 'ਚ ਘੁੰਗਣੀਆਂ ਵਿੱਚ ਨਹੀਂ ਆਏ ਸੀ, ਪਰ ਉੱਥੇ ਆ ਕੇ ਘਟਨਾ ਹੀ ਹੋਰ ਘਟ ਗਈ। ਘੁੰਗਣੀਆਂ ਛੱਡ ਕੇ ਟੋਕਰੀ ਵੱਡੀ ਸੇਵਾ ਵਾਲੀ ਚੱਕ ਲਈ। ਘੁੰਗਣੀਆਂ ਵਾਲੀ ਟੋਕਰੀ ਛੱਡ ਕੇ ਹੁਣ ਸੇਵਾ ਵਾਲੀ ਟੋਕਰੀ ਚੱਕ ਲਈ। ਤੇ ਫਿਰ ਸੇਵਾ ਵਾਲੀ ਟੋਕਰੀ ਜਿਹੜੀ ਹੈ ਨਾ, ਰਾਮਦਾਸ ਜੀ ਦੇ ਸਿਰ 'ਤੇ ਛਤਰ ਬਣ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀਆਂ ਦੇ ਪੁੱਤਰ। ਦੁਨੀਆ ਵਿੱਚ ਬੜੀ ਉੱਚੀ ਕੁੱਲ ਮੰਨੀ ਜਾਂਦੀ ਹੈ ਸੋਢੀਆਂ ਦੀ। ਕਹਿੰਦੇ ਜਦੋਂ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ, ਜੇਠਾ ਜੀ ਨਾਲ ਕਰ ਦਿੱਤਾ, ਫਿਰ ਵੀ ਉਹਨਾਂ ਨੇ ਸੇਵਾ ਨਹੀਂ ਛੱਡੀ ਟੋਕਰੀ ਵਾਲੀ। ਹੁਣ ਇਹ ਕੋਈ ਹੰਕਾਰ ਨਹੀਂ ਕੀਤਾ ਕਿ ਮੈਂ ਤਾਂ ਜਵਾਈ ਹਾਂ, ਮੈਂ ਕੋਈ ਟੋਕਰੀ ਚੱਕਾਂ। ਉਸੇ ਤਰ੍ਹਾਂ ਸੇਵਾ ਕਰਦੇ ਰਹੇ। ਹੁਣ ਤੁਹਾਨੂੰ ਪਤਾ, ਜਦੋਂ ਬੰਦੇ ਕੋਲ ਗਰੀਬੀ ਹੋਵੇ ਫਿਰ ਸਕੇ ਵੀ ਛੱਡ ਜਾਂਦੇ ਆ, ਅਮੀਰੀ ਹੋਵੇ ਤੇ ਗਾਂਹ ਦੀਆਂ ਸਕੇਰੀਆਂ ਵਾਲੇ ਵੀ ਆ ਕੇ ਮਿਲਣ ਲੱਗ ਜਾਂਦੇ ਆ। ਕਹੋ ਸਤਨਾਮ ਸਿੰਘ ਪਰਸੂ ਪਰਸਾ ਪਰਸਰਾਮ, ਮਾਇਆ ਤੇਰੇ ਤੀਨ ਨਾਮ। ਗੁਰੂ ਰਾਮਦਾਸ ਮਹਾਰਾਜ ਦਾ ਸਰੀਕਾ ਕਬੀਲਾ ਲਾਹੌਰ ਰਹਿੰਦਾ, ਚਾਚੇ ਤਾਏ ਹੋਰ ਸਾਰੇ, ਮਾਂ ਪਿਓ ਤਾਂ ਗੁਜ਼ਰ ਗਏ ਸੀ। ਤੇ ਪੁਰਾਣੇ ਸਮਿਆਂ 'ਚ ਲੋਕ ਗੰਗਾ ਜਾਇਆ ਕਰਦੇ ਸੀ ਯਾਤਰਾ 'ਤੇ, ਹਰਿਦੁਆਰ। ਇੱਕ ਵਾਰੀ ਇਹ ਸਾਰਾ ਜਥਾ ਲਾਹੌਰ ਵਾਲਾ, ਇਹਨਾਂ ਦਾ ਸਰੀਕਾ ਕਬੀਲਾ ਕੋੜਮਾ ਯਾਤਰਾ 'ਤੇ ਚੱਲਿਆ ਕਿਤੇ। ਲਾਹੌਰੋਂ ਆਏ, ਆ ਨਾਲ ਹੀ ਪੈਂਦਾ ਅੰਮ੍ਰਿਤਸਰ ਦੇ ਪਰਲੇ ਪਾਸੇ। ਲਾਹੌਰੋਂ ਆਏ ਤੇ ਜਾਂਦੇ ਜਾਂਦਿਆਂ ਨੇ ਸਲਾਹ ਕੀਤੀ ਬਈ ਆਪਾਂ ਗੋਂਦਵਾਲ ਹੋ ਕੇ ਚੱਲਦੇ ਹਾਂ। ਉਹ ਆਪਣੇ ਹਰਦਾਸ ਦਾ ਪੁੱਤਰ ਗੁਰੂ ਅਮਰਦਾਸ ਦੇ ਘਰ ਵਿਆਹਿਆ, ਪਤਾ ਕਰਦੇ ਆ ਭਲਾ ਕਿਵੇਂ ਰਹਿੰਦਾ। ਸਰੀਕਾ ਬੜਾ ਹੋਰ ਹਿਸਾਬ ਦਾ ਹੁੰਦਾ ਗੁਰੂ ਪਿਆਰੋ। ਸਰੀਕ ਵਾਲੇ ਜੇ ਤਾਂ ਬੰਦਾ ਚੜ੍ਹਦੀ ਕਲਾ ਕਰ ਹੁੰਦੀ ਹੈ, ਬੰਦੇ ਦੇ ਕੋਲੇ ਸ਼ਕਤੀਆਂ ਆ ਜਾਂਦੀਆਂ, ਫਿਰ ਤਾਂ ਕਹਿੰਦੇ ਜੀ ਇਹ ਸਾਡਾ ਹੈ। ਤੇ ਜੇ ਗਰੀਬੀ ਆ ਜੇ, ਕੰਗਾਲੀ ਆ ਜੇ, ਫਿਰ ਕਹਿੰਦੇ ਆ ਨੰਗ ਹੈ, ਇਹ ਹੈ, ਉਹ ਹੈ, ਬਹੁਤ ਕੁਛ ਬੋਲਦੇ ਆ। ਹੁਣ ਇਹਨਾਂ ਨੇ ਵੇਖਿਆ ਵੀ ਸਾਡਾ ਪੁੱਤਰ, ਸੋਢੀਆਂ ਦਾ ਮੁੰਡਾ, ਸੋਢੀਆਂ ਦਾ ਬੱਚਾ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਅਮਰਦਾਸ ਦੀ ਪੁੱਤਰੀ ਨੂੰ ਵਿਆਹਿਆ ਹੋਇਆ। ਚਲੋ ਪਤਾ ਕਰਦੇ ਆ ਭਲਾ ਕਿਵੇਂ ਰਹਿੰਦਾ। ਤੇ ਜਿਸ ਵੇਲੇ ਉਹ ਸਾਰੇ ਬਜ਼ੁਰਗ ਇਕੱਠੇ ਹੋਏ, ਜਥਾ ਬਣਿਆ ਬਣਾਇਆ, ਗੋਇੰਦਵਾਲ ਸਾਹਿਬ ਪਹੁੰਚਦਾ ਨਾ, ਤੇ ਕੀ ਵੇਖਦੇ ਆ ਪਤਾ, ਸੁਣਨ ਵਾਲੀ ਗੱਲ ਆ। ਕਹਿੰਦੇ ਉਹਨਾਂ ਨੇ ਵੇਖਿਆ ਭਾਈ ਜੇਠਾ ਜੀ ਟੋਕਰੀ ਢੋ ਰਹੇ ਨੇ, ਉਸੇ ਤਰ੍ਹਾਂ ਬੌਲੀ ਪੱਟੀ ਜਾ ਰਹੀ ਸੀ ਨਾ, ਸੇਵਾ ਚੱਲ ਰਹੀ ਸੀ। ਸੰਗਤਾਂ ਦੇ ਵਿੱਚ ਟੋਕਰੀ ਲੈ ਕੇ ਉਹਦੀ ਮਿੱਟੀ ਬਾਹਰ ਸਿੱਟ ਰਹੇ ਨੇ। ਧੂੜ ਪਿੰਡੇ 'ਤੇ ਪਈ ਹੋਈ ਆ, ਗਰਦਾ, ਹੱਥ ਵਿੱਚ ਟੋਕਰੀ ਆ ਖਾਲੀ। ਇਹਨਾਂ ਨੇ ਪਛਾਣ ਲਿਆ, ਵੇਖ ਕੇ ਉਹ ਜੇਠਿਆ। ਹਾਂ ਤਾਇਆ। ਓਏ ਤੂੰ ਟੋਕਰੀ ਚੱਕੀ ਫਿਰਦਾ, ਓਏ ਤੂੰ ਤਾਂ ਜਵਾਈ ਆ, ਜਵਾਂ ਹੀ ਨੱਕ ਵੱਢਤਾ ਸਾਡਾ। ਇੱਦਾਂ ਬੋਲਦੇ ਆ, ਸਾਡਾ ਨੱਕ ਵੱਢਤਾ। ਪਹਿਲਾਂ ਕਿਹੜਾ ਤੁਸੀਂ ਨੱਕ ਦਿੱਤਾ ਸੀ ਇਹਨੂੰ ਵੀ ਸਾਡਾ ਪੁੱਤਰ ਹੈ? ਭਾਈ ਤੂੰ ਕੋਈ ਗੱਲ ਨਹੀਂ, ਨਾਨਕੇ ਨਾ ਜਾ, ਤੈਨੂੰ ਅਸੀਂ ਸੰਭਾਲਾਂਗੇ। ਉਦੋਂ ਨਾਨਕੇ ਜਾ ਕੇ ਪਲੇ ਉਹ। ਕਹੇ ਤੂੰ ਸਾਡਾ ਜਵਾਂ ਹੀ ਨੱਕ ਵਢਾਤਾ। ਓਏ ਤੂੰ ਜਵਾਈ ਹੋ ਕੇ ਇੱਥੇ ਰੇਤਾ ਢੋਂਦਾ ਫਿਰਦਾ, ਟੋਕਰੀ ਢੋਂਦਾ ਫਿਰਦਾ। ਕਹਿੰਦੇ ਗੁਰੂ ਰਾਮਦਾਸ ਜੀ ਕੁਛ ਨਾ ਬੋਲੇ ਅੱਗੋਂ। ਤੇ ਉਹ ਬਜ਼ੁਰਗ ਜੀ ਆਪਣੇ ਆਪ ਨੂੰ ਸਿਆਣਾ ਸਮਝਦੇ ਹੋਏ ਕਹਿਣ ਲੱਗੇ, ਚੱਲ ਤੇਰੇ ਸਹੁਰਾ ਸਾਹਿਬ ਨੂੰ ਮਿਲਦੇ ਆ, ਗੁਰੂ ਅਮਰਦਾਸ ਜੀ ਨੂੰ। ਗੁਰੂ ਅਮਰਦਾਸ ਜੀ ਮਹਾਰਾਜ ਬੈਠੇ ਆ, ਕਾਰ ਸੇਵਾ ਚੱਲ ਰਹੀ ਆ। ਸਾਰੇ ਇਕੱਠੇ ਹੋਏ ਰਾਮਦਾਸ ਨੂੰ ਨਾਲ ਲੈ ਕੇ, ਹੱਥ ਵਿੱਚ ਉਹਨਾਂ ਦੀ ਖਾਲੀ ਟੋਕਰੀ ਫੜੀ ਆ ਲਮਕਦੀ ਹੋਈ, ਤੇ ਆ ਗਏ। ਨਾ ਪੈਰੀ ਪੈਣਾ, ਨਾ ਕੋਈ ਸਤਿ ਸ੍ਰੀ ਅਕਾਲ, ਨਾ ਕੋਈ ਨਮਸਕਾਰ। ਕਹਿੰਦੇ ਮਹਾਰਾਜ
ਮਾੜਾ ਮੋਟਾ ਤਾਂ ਸੋਚਦੇ। ਆ ਸਾਡਾ ਸੋਢੀਆਂ ਦਾ ਮੁੰਡਾ ਸੋਡੇ ਵਿਆਹਿਆ ਹੋਇਆ ਹੈ, ਫਿਰ ਵੀ ਜਵਾਈ ਆ ਗੁਰੂ ਘਰ ਦਾ, ਇਹਨੂੰ ਕੋਈ ਹੋਰ ਕੰਮ ਦੇ ਦਿੰਦੇ, ਇਹਨੂੰ ਵੀ ਮਜ਼ਦੂਰਾਂ ਵਿੱਚ ਟੋਕਰੀ ਚਕਾ ਛੱਡੀ ਆ। ਸਤਿਗੁਰੂ ਅਮਰਦਾਸ ਜੀ ਆਪਣੇ ਵਜਦ ਵਿੱਚ ਆਏ, ਕਹਿੰਦੇ ਕਿਹੜੀ ਟੋਕਰੀ? ਆਹ ਦੇਖੋ ਨਾ, ਹੱਥ 'ਚ ਹੀ ਆ ਟੋਕਰੀ, ਹਜੇ ਤਾਂ ਗਰਦੇ ਨਾਲ ਸਰੀਰ ਭਰਿਆ ਪਿਆ ਰੇਤੇ ਨਾਲ ਸਾਰਾ, ਤੁਸੀਂ ਇਹਨੂੰ ਕੋਈ ਹੋਰ ਕੰਮ ਲਾ ਦਿੰਦੇ। ਗੁਰੂ ਅਮਰਦਾਸ ਜੀ ਕਹਿੰਦੇ ਤੁਹਾਨੂੰ ਗਰਦਾ ਦਿਸਦਾ ਇਹ ਟੋਕਰੀ ਆ? ਇਹ ਤਾਂ ਛਤਰ ਹੈ, ਛਤਰ। ਇਹ ਬੱਚਾ ਤਾਂ ਰਾਜਾ ਪਾਤਸ਼ਾਹ ਹੈ, ਇਹ ਤਾਂ ਇਹਦੇ ਸਿਰ ਤੇ ਛਤਰ ਝੁੱਲ ਰਿਹਾ। ਟੋਕਰੀ ਦਿਸਦੀ ਹੈ ਤੁਹਾਨੂੰ ਜਿਹੜੀ, ਇਹ ਇੱਕ ਦਿਨ ਛਤਰ ਬਣ ਕੇ ਝੁੱਲੇਗੀ ਔਰ ਇਹ ਤਖਤ ਤੇ ਬੈਠੇਗਾ। ਇਹ ਧੂੜ ਦਿਸਦੀ ਹੈ ਨਾ, ਇਹ ਤਾਂ ਗੁਲਾਲ ਛਿੜਕਿਆ, ਸੈਂਟ ਛਿੜਕਿਆ। ਭਾਵ ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਵਿਰਥਾ ਨਾ ਜਾਏ। ਤੇ ਉਹ ਵਚਨ ਫਿਰ ਕੱਲ੍ਹ ਜੋ ਦਿਹਾੜਾ ਲੰਘਿਆ ਪੂਰਾ ਹੋਇਆ, ਜਦੋਂ ਪਾਤਸ਼ਾਹ ਜੀ ਨੇ ਸੰਗਤ ਵਿੱਚੋਂ ਚੁਣ ਕੇ ਜੇਠਾ ਜੀ ਨੂੰ ਉਹ ਵਡਿਆਈ ਬਖਸ਼ ਦਿੱਤੀ। ਸ਼ਬਦ ਪੜ੍ਹਿਆ ਸੀਗਾ, ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਣ ਆਈ। ਅਚਿੰਤ ਚਾਣ ਚੱਕ ਪਤਾ ਨਹੀਂ ਹੁੰਦਾ ਵੀ ਆਹ ਬਣ ਜੂਗਾ, ਯਾਰ ਕਮਾਲ ਹੋ ਗਿਆ। ਤਾਂ ਮੇਰੇ ਚਿੱਤ ਚੇਤੇ ਨਹੀਂ ਸੀ ਕਿ ਮੈਨੂੰ ਐਡੀ ਵੱਡੀ ਕਿਰਪਾ ਹੋ ਜੂ। ਕਈ ਵਾਰੀ ਅਸੀਂ ਕਹਿੰਦੇ ਆ ਜਦੋਂ ਕੋਈ ਕੰਮ ਬਣ ਜੇ ਵੱਡਾ ਔਰ ਕੁਦਰਤ ਬਣਾ ਦੇਵੇ, ਸ੍ਰਿਸ਼ਟੀ ਬਣਾ ਦੇਵੇ, ਪਰਮੇਸ਼ਰ ਬਣਾ ਦੇਵੇ, ਸ੍ਰਿਸ਼ਟਾ ਬਣਾ ਦੇਵੇ, ਫਿਰ ਉਦੋਂ ਅਸੀਂ ਹੈਰਾਨ ਹੁੰਦੇ ਹਾਂ। ਹੋਣਾ ਚਾਹੀਦਾ ਹੈ, ਪਰ ਇਹਦੇ ਨਾਲ ਸ਼ੁਕਰੀਆ ਵੀ ਕਰਨਾ ਚਾਹੀਦਾ ਵੀ ਕਮਾਲ ਹੋ ਗਈ, ਧੰਨਵਾਦ ਹੈ ਮਹਾਰਾਜ, ਮੈਂ ਇੰਨੇ ਜੋਗਾ ਹੈ ਹੀ ਨਹੀਂ ਸੀ ਜਿੰਨਾ ਤੂੰ ਕਿਰਪਾ ਕਰਤੀ। ਕਹੋ ਸਤਨਾਮ ਸ੍ਰੀ। ਸ੍ਰਿਸ਼ਟੇ ਕਾ ਜਾਣੈ ਭਿਓ। ਸ੍ਰਿਸ਼ਟਾ ਹੁੰਦਾ ਪਰਮੇਸ਼ਰ ਤੇ ਸ੍ਰਿਸ਼ਟੀ ਹੁੰਦੀ ਹੈ ਦੁਨੀਆ। ਜੋ ਸ੍ਰਿਸ਼ਟੀ ਦਾ ਮਾਲਕ ਹੈ ਉਹ ਹੈ ਸ੍ਰਿਸ਼ਟਾ ਪਰਮੇਸ਼ਰ। ਤਾਂ ਗੁਰੂ ਪਿਆਰਿਓ, ਸਤਿਗੁਰੂ ਅਮਰਦਾਸ ਜੀ ਨੇ ਐਸੇ ਬਚਨ ਕੀਤੇ, ਸਾਧ ਜੇ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੱਗੇ ਚੱਲ ਕੇ ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਤਖਤ ਤੇ ਬਿਠਾ ਦਿੱਤਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਦਿੱਤਾ ਲਈਏ ਆਪਣਾ ਅਣਦਿੱਤਾ ਕਿਛ ਹੱਥ ਨ ਆਵੈ। ਇਹ ਗੁਰੂ ਜਾਣਦਾ ਹੈ ਕਿ ਇਸ ਰਾਮਦਾਸ ਨੇ ਇਹ ਵਸਤੂ ਲੈਣੀ ਸੀ ਤੇ ਜਿਹਨੇ ਲੈਣੀ ਹੈ ਉਸੇ ਨੂੰ ਦਿੰਦਾ। ਲੈਣਾ ਆਇਆ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਉਸ ਵੇਲੇ ਤੱਕ ਸੇਠ ਹੈ, ਖੱਤਰੀਆਂ ਦਾ ਪੁੱਤਰ ਹੈ ਨਾ, ਉਦੋਂ ਗੁਰੂ ਨਹੀਂ ਹੈ। ਤੇ ਜਿਸ ਵੇਲੇ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਗਲੀ ਵਿੱਚ ਮਿਲੇ ਘੋੜੀ ਤੇ ਚੜ੍ਹੇ ਹੋਏ, ਤੇ ਪੁੱਛਿਆ ਮਹਾਰਾਜ ਇੱਥੇ ਕੋਈ ਨਾਨਕ ਜੀ ਰਹਿੰਦੇ ਆ? ਗੁਰੂ ਨਾਨਕ ਜੀ ਆਪ ਹੀ ਸੀਗੇ। ਕਹਿੰਦੇ ਹਾਂ ਭਾਈ ਰਹਿੰਦੇ ਤਾਂ ਹੈ। ਕਹਿੰਦੇ ਮੈਨੂੰ ਮਿਲਾ ਦਿਓ। ਕਹਿੰਦੇ ਆ ਜਾ। ਘੋੜੀ ਦੀ ਵਾਂਗ ਫੜ ਲਈ, ਧਰਮਸ਼ਾਲਾ 'ਚ ਲੈ ਕੇ, ਕਰਤਾਰਪੁਰ ਦੀ ਗੱਲ ਆ। ਕਹਿੰਦੇ ਘੋੜੀ ਉੱਥੇ ਬੰਨ੍ਹਦੇ ਭਾਈ ਆ, ਦਰਬਾਰ 'ਚ ਬੈਠੇ ਹੋਣੇ ਆ, ਜਾ ਕੇ ਮਿਲ ਲਾ। ਕਹਿੰਦੇ ਲਹਿਣਾ ਜੀ ਤਾਂ ਘੋੜੀ ਬੰਨ੍ਹਦੇ ਰਹੇ ਤੇ ਧੰਨ ਗੁਰੂ ਨਾਨਕ ਦੇਵ ਜੀ ਅੰਦਰ ਜਾ ਕੇ ਪਲੰਘੇ 'ਤੇ ਬੈਠ ਗਏ। ਤੇ ਜਦੋਂ ਲਹਿਣਾ ਜੀ ਦੂਜੇ ਗੇਟ ਅੱਗੇ ਸਾਹਮਣੇ ਅੰਦਰ ਗਏ, ਕੀ ਦੇਖਦੇ ਆ, ਇਹ ਤਾਂ ਉਹੀ ਬਜ਼ੁਰਗ ਹੈ ਜਿਹੜਾ ਮੈਨੂੰ ਬਾਹਰੋਂ ਲੈ ਕੇ ਆਇਆ। ਕੋ ਸਤਨਾਮ ਸ੍ਰੀ। ਠਠੰਬਰ ਗਏ, ਹੈਰਾਨ ਹੋ ਗਏ, ਹੱਥ ਬੰਨ੍ਹ ਕੇ ਖੜ ਗਏ, ਮੱਥਾ ਟੇਕਣਾ ਹੀ ਭੁੱਲ ਗਏ, ਖੜੇ ਰਹੇ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕੀ ਗੱਲ ਹੈ ਭਾਈ, ਨਮਸਕਾਰ ਕਰ ਲੈ, ਕੀ ਨਾਮ ਹੈ ਤੇਰਾ? ਮਹਾਰਾਜ ਨਾਮ ਤਾਂ ਠੀਕ ਹੈ, ਤੁਸੀਂ ਨਾਨਕ ਹੋ। ਕਿਉਂ? ਮਹਾਰਾਜ ਤੁਸੀਂ ਨਾਨਕ ਸੀ, ਮੈਨੂੰ ਉੱਥੇ ਹੀ ਦੱਸ ਦਿੰਦੇ, ਮੈਂ ਤੁਰ ਕੇ ਆਉਂਦਾ, ਤੁਸੀਂ ਘੋੜੀ 'ਤੇ ਬੈਠ ਕੇ ਆ ਜਾਂਦੇ। ਕਹੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰਾ ਕੀ ਨਾਮ ਹੈ ਭਾਈ? ਜੀ ਮੇਰਾ ਨਾਮ ਤਾਂ ਲੈਣਾ ਹੈ। ਅੱਛਾ ਬਸ ਫਿਰ ਤੂੰ ਲੈਣਾ ਤੇ ਅਸੀਂ ਦੇਣਾ ਹੈ। ਜਿਨ੍ਹਾਂ ਨੇ ਲੈਣਾ ਉਹ ਘੋੜੀਆਂ 'ਤੇ ਚੜ੍ਹ ਕੇ ਹੀ ਆਉਂਦੇ ਆ। ਕਹੋ ਸਤਨਾਮ ਸ੍ਰੀ। ਤੂੰ ਆ ਗਿਆ ਲੈਣ ਵਾਸਤੇ ਤੇ ਅਸੀਂ ਦੇਣਾ ਹੈ, ਕੋਈ ਗੱਲ ਨਹੀਂ। ਐਸੇ ਉਹ ਦੋ ਵਚਨ ਪਿਆਰ ਦੇ ਹੋਏ
लहणा जी ने गुरु साहब तो तन मन धन सब वार दिता। कहो सतनाम श्री। गुरु नानक दे ही हो गए ते परण कर लिया बैठे बैठिया ने। जे किते मैनू गुरु एक बारी घरे भेज देवे ना तो मैं घरे दस के आवां ते मुड़ के सारी उम्र इन्हां दे चरनां 'च ही ला दियां। ते गुरु साहब जी भी कहते चंगा भाई लैने आ, तू घरे जाया एक बारी फिर आ जी, फिर साडे कोल रही। हैरान हो गए तो अंतरजामी भी है, आही तो मैं सुनिया सोचिया सी हुणे ही। बस फिर आप जी नूं पता ही है सारा इतिहास। इस तरह ही सतगुरु अज दे बचन विच बख्शिश करदे न, सतगुर सेविया वड्डी वडियाई। ते जिस वेले सतगुरु रामदास जी नूं गुरता गद्दी दे दित्ती ते गुरता गद्दी दे उत्ते बैठ करके धन धन श्री गुरु रामदास महाराज जी अपना पिछोकड़ याद करते हैं। पहला बैकग्राउंड पिछों जिथों आए है, किहो जिहा जीवन सी उन्हां दा। पहला की कहंदे न, बंदे नूं पिछोकड़ भी याद रखना चाहिए। जो हमरी बिद होती मेरे सतगुरा सा बिद तुम हर जानो आपे तू जान ढाइया मैं जेहो जाहेगा। कोई भुलिया नहीं तेत। हम रुलते फिरते कोई बात ना पूछता, गुर सतगुर संग कीरे हम थे थापे। सतगुर सेविया वड्डी वडियाई, हर जी अचिंत वसै मणियाई। जदों हरी अचानचक आके हिरदे च बह जावे, सोडे घरे कोई चानचक वड्डा बंदा आ जे, पता ही ना हो भी आऊगा, चानचक ही आ जे ओह, फिर आपां भी हैरान होने आ। ते इत्थे तां वड्डे तो वड्डा परमेश्वर है जिहदे विच उहदा विच वासा हो गया, फिर उहदी कैसी अवस्था बन जावेगी। प्रीतम जी कहते हैं, देखते ही दर्शन सुध की न सुध रही, बुद्ध की न बुद्ध रही, ज्ञान में ना ज्ञान रहो, ध्यान में ना ध्यान रहो। सब कुछ भुल जाता। कहो सतनाम श्री। ऐसी ही बख्शिश जिस वेले धन धन श्री गुरु रामदास जी ते होई, तो ऐसी ही अवस्था उन्हां दी भी होई होनी है। एक दिन अचानचक द्वापर युग दा राजा और द्वापर युग दा अवतार कृष्ण, जो कौरवां पांडवां की संधि कराउण दी कोशिश करते हैं भी जंग ना होवे, इन्हां दी आपस में मित्रता बन जे, उन्हां दा हक उन्हां नूं दे देण। पर वो कौरव बड़े हंकारी सी, कहंदे इस तां सूई दे नक्के जिन्ना थां नहीं दिंदे। कृष्ण जी उन्हां नूं समझाउण वास्ते जांदे आ, ते कौरवां दी सभा दा एक मंत्री आ बेदर, बड़ा ही गरीब जा, ये मंत्री बनाया होया नाल। बेदर भी बहिंदा कौरवां दी सभा च। ते कृष्ण जी नूं बड़े चंगे लगे, ते एक दिन कृष्ण जी उन्हां दे घर चले गए। कहो सतनाम श्री। ते चानचक जद घरे गए ते घरे गाहां बेदर है नहीं सीगा, ते बीबी घरे सी। वो तो हैरान हो गई, हंबले पै गई, जिन्होंने कहने हंबले पैना भी आ की भी महाराज आ गए, हुण मैं कित्थे बिठावां की खवावां। वो बिठाउणा बिठूना तो भुल गई, घरे केले पए सीगे, ध्यान गया केले छका दिंदे आ। वो केला तोड़िया, फल तोड़िया केले का, ध्यान जिहड़ा उपर चढ़ गया, शुद्ध बुद्ध भुल गई, ध्यान ताहां चढ़ गया। केला छिलिया उस अवस्था ची, ते छिल करके जिहड़ा खाण वाला पीस सी वो सिटता, ते छिलके कृष्ण जी नूं फड़ा दिते। कहो सतनाम श्री। हुण कृष्ण जी भी जानी जान है भी ये तो जुड़ गई, ते जुड़े नूं तोड़ना बहुत माड़ी गल है। कहो सतनाम, ये तो चढ़ गई, रब नाल जुड़ गई, ध्यान लैंदे। उन्होंने ने मोड़ के उन्होंने ये नहीं कहा भलीए मानसे तू खाण वाला केला सिटी जानी है तो छिलके फड़ाई जानी है, फड़ लिया। उस अवस्था विच लगता वेखण नूं अखां खुलियां, पर अखां विच वेखण वाला तो तां चढ़ गया, 10वें वार चलिया गया। उस अवस्था च केला छिलदी है, केला सिड़ दिंदी है, छिलके फड़ा दिंदी है, कृष्ण जी फड़ी जाते हैं, एक छिलके नूं चब्बी जाते हैं।
इसे अवस्था दे विच दोने खड़े खड़े, ना मंजे ते बैठण नूं कहा, ना कोई पानी पुछया। भावना बनी सेवा करने की भी केले खवा। इतने बिदर आ गया। जिस वेले कहते बिदर घरे आया, बिदर की देखदा, कृष्ण जी खड़े आ, हथ विच केलियां दे फल छिलके फड़े हुए न, ते जिहड़ी फली आ खाण वाली केले दी, वो 2-3 फलियां थले सुट्टियां पईयां। कहो सतनाम श्री। हुण वह हजे जुड़िया नहीं सी, ध्यान खुलिया सीगा। वो चांचा कहना, वो भलीए मानसे, महाराज नूं छिलके खवाई जानी आ। ਉਹਦਾ ध्यान खुलिया, कहती ओहो महाराज हाँ की हो गया, मैं तो पता ही लग्या। बिदर ने केला तोड़ के केला शक्कर नूं फड़ाया महाराज नूं। शक तां लिया, पर कहंदे बिदर जिहड़ा स्वाद छिलकियां चों आ रहा सी, वो केले चों नहीं आ रहा। कहो सतनाम श्री। भाव वो जुड़े हुए ध्यान दे विच छकाया जा रहा सीगा। हर जी अचिंत वसे मन आई। जदों हरी अचान चक साडे उत्ते किरपा करके साडे हिरदे विच आके आसन ला लवे, ते फिर की बनूगा, कैसी अवस्था होवेगी, कैसी हालत होवेगी उस शरीर दी। मस्त हो जूगा, उन्होंने सब कुछ भुल जूगा, रिश्तेदार साख संबंध सब थले रह जूगा। वो नाम का वड्डा रस उन्होंने प्राप्त हो जूगा। बस फिर तो बिदर जी जदों भी दोपहरा कटना है या रात कटनी है, बिदर दे कोल ही रहंदे। ते दुर्योधन नूं पता लग गया वे कृष्ण जी आउंदे न सानूं समझाउण वास्ते, पर जदों दोपहरा या रात कटनी हुंदी है, तो जिहड़ा मेरा गरीब जिहा मंत्री है, नौकरानी दा पुत्तर, उहदे घरे दोपहरा कटदे आ, रात उहदे घरे कटदे आ। तो एक दिन कहंदा कृष्ण जी नूं, कहना महाराज आ तुसी अपने घरे आराम कर लिया करो ना, देखो पखे पुखे लगे आ, एसी लगे, उदों एसी तो नहीं सी खैर, पर ठंडे का इंतजाम उदों भी हुंदा सी। कहो सतनाम श्री। एक वड्डा फट्टे का पखा बनाया हुंदा, उहनूं रस्से बन्ने हुंदे, 2 नौकर खिच खिच के उहनूं चलाउंदे हत्थ नाल। कहना अपने घरे सारिया सहूलतां है, पोले गद्दे लगे है, महाराज पखे चलते है, वातावरण के मुताबिक माहौल बनाया, तो तुसी उत्थे जाके गर्मी च बह जाने हो। बिदर दे घरे, उहदे घरे की है, नौकरानी का पुत्र है, वो मेरे घरे रात दिन कट्टिया करो दोपहर। तो कृष्ण जी ने बड़ा सोहना जवाब दिता उस वेले, जिहड़ा कि भगत कबीर साहब जी ने अपने शब्दों में बन्निया। की कहते, राजन कौन तुम्हारे आवे, हो राजिया तेरे घरे कौन आउंदा है। राजन कौन तुम्हारे आवे, ऐसो भाव बिदर को देखियो, ओ गरीब मोहे भावे। मैं तो बिदर का बड़ा चंगा सुभाव देखिया, मैनूं तो बड़ा चंगा लग्या बंदा, वो तेरे नालों चंगा। पैसे वाले अमीर नूं कृष्ण जी कहते तेरे नालों चंगा। ऐसो भाव बिदर को देखियो, ओ गरीब मोए भावे। तू तो हस्ती देख भरम ते भुलिया। हस्ती हुंदी है कि मैं राजा, मैं वड्डा अफसर, मैं मंत्री, मैं मुख मंत्री, ये हस्तियां। ते तैनू अपनी वडियाई देख के, हस्ती देख के, राजापन देख के तैनू रब भुल गया। तैनू पता नहीं रब कित्थे वसदा। हस्ती देख भरम ते भूला, श्री भगवान न जानिया। तुमरो दूध बिदर को पानो, तेरे घर का दुध ते बिदर का पानी उदू स्वाद है। कौन सतनाम सी। तुमरो दूध बिदर को पानो, अमृत कर मैं मानिया। खीर समान साग मैं पाया। तेरी बदामा काजुआं वाली खीर उन्नी स्वाद नहीं जिन्ना उहदे घर दा रुखा मिस्सा भोजन साग हुंदा है। साग सब्जियां, सब्जियां नूं साग कहंदे आ, वैसे असल विच आपां सरों नूं साग कहंदे आ, सिर्फ सब्जियां नूं साग भी कहंदे आ।
तुमरो दूध बिदर को पानो अमृत कर मैं मानिया, खीर समान साग मैं पाया, उहदे घर दी रुखी मिसी तरकारी सब्जी दाल भाजी, तेरी खीर नालों स्वाद है, उहदे घर दा रुखा मिसा भोजन मैनू बड़ा स्वाद लगता है। क्यों क्यों स्वाद लगता है? क्योंकि जदों असी बहने आ ना, रब रब करते हैं, रब दियाँ गल्लां करते हैं, जदों भोजन रब रब करके बनाया जाए उहदे च अमृत पै जाता है। याद रखो, को सतनाम श्री। जे बीबियां घरे सिमन करदियां होइयां भोजन तैयार करन ना, उस भोजन का डबल असर होगा परिवार ते। गुण गावत रहन बिहानी, साडा दुपहरा जा रात परमेश्वर की सिफत सलाह करदियां लंघदी आ, ते उस समय दौरान छकिया भोजन अमृत ही बन जाता है। कबीर को ठाकुर आनंद विनोदी, कबीर साहब जी दसदे है, जिहड़ा मेरा मालिक मेरा ठाकुर परमेश्वर या कृष्ण या राम, भाव है तो परमेश्वर तो ही, ये बेअंत नाम है एक हस्ती परमेश्वर दे। कबीर को ठाकुर आनंद विनोदी, जात ना काहू के मानी। जिहड़ा कबीर दा मालिक है ना, वो जात पात नहीं वेखदा, वो तो आनंद दा रस दा स्वाद दा भुखा है। गोबिंद भाओ भगत का भूखा, ये तो प्रेमा भगती का भुखा है, कोई प्रेम करे उहदे नाल, खाण पीण की गल नहीं। लालो ने प्रेम किया बाबे नानक जी नाल, पर प्रशादा बनाया बाजरे का कोदरे का, बड़ी सख्त रोटी आ तवे वर्गी मोटी, पा लिया थाल च। एक थाल मरदाने मूहरे रखता, एक बाबा जी मूहरे, सेवका मूहरे रखते थाल, लो जी छको। मरदाना टेढ़ा जिहा झाकदा भी एडियां मोटियां कोदरे दियां रोटियां किवें खावांगे। बाबा जी ने भांप लिया भी इनू ऐ लगता भी स्वाद नहीं होनियां। कहने मरदानिया वो खा के देख कितनी स्वाद रोटी आ, ते अपनी रोटी विचों एक बुरकी तोड़ के फड़ा भी दी, कहते वेख भला खा के कितनी स्वाद आ। कहते जदों ने बुरकी खाधी तो उन्होंने बहुत स्वाद आया। कहता जी वाकई ये तो बड़ी स्वाद आ, मैं तो वेख के डर गया सी भी किहो जे प्रशादे आ। कहते लालो तू रोटियां विच की पा के लिआया इन्नियां स्वाद आ? ये वड्डियां दी वडियाई आ। जदों अपने सेवकां दी वडियाई बख्शनी करनी हुंदी है ना, उदों उन्हां नूं सलाह दिंदे आ, जिवें कृष्ण जी सदामे नूं सलाहुंदे आ, कुट्टे हुए चौलों का फक्का मार के, जिन्होंने सत्तू कहते आ, कहो सतनाम श्री। पर रब दे प्यारे भोजन बन्नी नहीं वेखदे, सिखदे प्रेम कन्नी वेखदे असल विच, कहो सतनाम श्री। कहंदे होए लालो तू प्रशादियां च की पा के लिआया, इन्ने स्वाद किवें बनाए आ? ते भाई लालो जी कहंदे महाराज ये तां सोडी वड्डियां दी वडियाई आ, ये तो रुखा मिसा प्रशादा बनिया, प्रवान कर लिया, बहुत बहुत धन्यवाद है, तुहानूं चंगा लग्या स्वाद लग्या, धन्यवाद तुसीं प्रवान किया। महाराज सतगुर सेविया वड्डी वडियाई, गुरु की सेवा करांगे तो ये विचों सिख नूं वडियाइयां मिलदियां। सतगुर नूं अपनी वडियाई भावदी, गुरसिखां की जयकार करा। सतगुर सेविया वड्डी वडियाई, कबीर को ठाकुर आनंद विनोदी, जात न काहू के मानी। ये जिहड़ा कबीर दा रब है ना, जिहड़ा कबीर दा मालिक है, कबीर दा नाथ है, जिहड़ा ये तो स्वाद का भुखा है, रसां का भुखा है, प्रेम का भुखा है। ये भोजन वाले नहीं वेखदा है काहदा, ये तो छोले खा के पानी पी के भी कहते बड़ा स्वाद आ। एक बारी गुरु साहब ने सिंघां दी परीक्षा लई, जिथे आनंदपुर साहब च मेन लंगर चलता है ना, उत्थे सिखां ने अपने घरों घरी भी लंगर चलाया होया, ते सिखां नूं हुक्म भी है कि सिख दा घर गुरु का लंगर हाल होवे, जे कोई आवे तो उन्होंने प्रशादा छकाओ। तो गुरु प्यारे हो, एक बारी गुरु साहब यात्रा करते किते गए, तो उतों के नगर निवासियों ने सोचा भी क्यों ना आप एक एक दो दो चार चार सिखां नूं घरे लिया के प्रशादा छका दईए।
पातशाह नूं बेनती की जी सिखां नूं साडे घरे भेज दो, असीं प्रशादा छका दिंदे आ। कहंदे भी लै जाओ, जिन्नी किसी की हिम्मत आ उन्नी उन्ने सिख लै जाओ। तो कोई 5 लै गया, कोई 4 लै गया, कोई 3 लै गया। गरीबड़ा जा सिख आया, कहना जी एक सिख नूं साडे घर भी भेज दिओ। कहंदे लै जा भाई। तो एक सिख नूं भेज दिता। हुण जानी जान सतगुर तां इत्थे बैठे है। तुसीं तां वीडियो कॉल अज बनाई आ मोबाइल ते, सतगुर दी तां पहलां तो चलदी आ। कहो सतनाम श्री। जानी जान सतगुरु उत्थे बैठे ही देख रहे हैं कि सिखां नूं ये लोग पिंड वाले की छका रहे हैं। तो जदों वो एक सिख गया सी मुड़ के आया ना, उहनूं पातशाह ने पुछ लिया, कहंदे भी सिखा तू मैनूं सच सच दस भी इहने तैनूं की छकाया। वो सिख कहना जी जेड़ा कुछ इहने मैनूं छकाया ना, मैं जिंदगी विच अज तक छकिया ही नहीं गा, इन्ना स्वाद भोजन सी। कहो सतनाम श्री। हुण जे मैं तुहानूं दस दियां ते तुसीं हैरान हो जाओगे, पर गुरसिख कदे भी भोजन वल नहीं देखदा, सिख की भावना वल वेखना चाहिए। जे सानूं कोई लै भी जांदा बुला के भी बाबा जी साडे घरे प्रशादा छक लो, तो उत्थे असीं भी भोजन वल नहीं देखना गा भी की छका रहा है। भावना प्रेम किन्ना क वो देखना चाहिए। सिख ने भी ये देखिया। कहते जिस वेले वो घरे गया छकण वास्ते, सिख ने धरती के उत्ते बोरी विछाई सुंदर, उहदे उत्ते सिख नूं बिठाया, पानी लैके उन्होंने कुरला कराया, हथ मुँह धवाया उहदा। फिर उहदे सामने जो मैं रखिया तुसीं हैरान हो जाओगे। पीला गरीबी सी घर विच, पीला करेले अपना करीरां दे डेले, आ जिहड़ा अपने दरख्त लगे है, इस तरह के गुरु प्यारो जंगली दरख्त हुंदे सी ते गरीबी लोग इन्हां नूं खा के समा लंघा लैंदे सीगे। अज तक दाते ने बहुत कुछ दिता आपां नूं, गुरु गोबिंद सिंह ने इत्थे चरण पाए तो किरपा की। तो उन्हें की छकाया? गुड़ की डली, पीला ते नाल पानी का गिलास, ये सिख नूं छकाया। पर सिख ने आके ये नहीं कहा जी की खवाउणा सी, पानी नाल पीला खवातियां। कहना जी मैनू जिहड़ा अज इहने छकाया ना, मैं जिंदगी च कदे नहीं छकिया। कोई सतनाम, एडा स्वादला भोजन महाराज पहली बार छकिया मैं। किकरां दे फुल जे भी खा के तुसीं पानी पीओ ना तो बड़ा स्वाद लगेगा। कोई सतनाम, भोजन तो है नहीं ना हो, पर फिर भी गरीबां दे वास्ते भोजन ही बन जाए जदों ढिड ही भरना होवे। ਸਿੰਘਾਂ ने आनंदपुर के किले च जदों घेरा पै गया कई महीने, तो दरख्तां दे पत्ते खा के भी समा लंघाया। कोई सतनाम, दरख्तां दे छिल्लां नूं उबाल उबाल के पीना, पर उहदे भाणे दे विच रहे। तो इस करके जदों हरी किरपा करदा सिख दे उत्ते, हर जी अचिंत वसै मन आई, हर जी ओ सफलियो बिरख है अमृत। जिहड़ा परमेश्वर है ना, हिंदू मत विच एक दरख्त मन्निया गया कल्प बिरछ, ते कल्प बिरछ जिहड़ा है उस तो कहने सारा कुछ मिलता है। हिंदू मत विच कल्प बिरछ नूं मन्निया गया है, तो कल्प बिरछ तो कहने सारा कुछ मिलता है। पर गुरु साहब कहते नहीं, ये सब कुछ परमेश्वर के हथ विच है। इच्छा पूरक सर्व सुखदाता हर, जाके वस है काम धेना। सो ऐसा हर ध्याईया मेरे जी अड़े, ता सर्व सुख पावै मेरे मना। जप मन सतनाम सदा सतनाम, हलत पलत मुख उज्जल होई है। नित ध्याई है हर पुरख निरंजन। रहाओ जय हर सिमरन भया तै उपाधगत कीनी, बड़ भागी हर जपना। जा नानक को गुर कृपा कीनी, जप हर जा नानक को गुर एह मत दीनी। ये अकल दिती है मैनू गुरु ने। जा नानक को गुर ए मत दीनी, जप हर भवजल तरना। तो जिहड़ा कल्प बिरछ है, जिहड़ी कामधेन गऊ है, वो परमेश्वर का नाम है। असल विच सतगुर ने क्लीयर की गल। हर जियो सफलियो बिरख सफलियो, फलां ना भरिया होया। जे अंब के दरख्त थले जाके बैठ जाइए थके हुए, पहला तो वो थले बैठ के थकेवा लावांगे, गूढ़ी छां हुंदी आ, आराम करांगे।
तो उस तो बाद जे उन्होंने फल लगे हुए फिर अंदरली भुख भी खत्म कर सकते हैं। तो परमेश्वर जिहड़ा वो तो सारिया भुखां ही खत्म करदा, सारिया तेहां ही खत्म करदा सिख दियां। सफलियो, सफलियो का अर्थ हुंदा है फलों के नाल लद्दिया होया। परमेश्वर दे कोल किहड़ा किहड़ा फल है गिणिया नहीं जाता। साचे सहबा क्या नाही घर तेरा, घर तां तेरा सब कुछ है, जिस दे सो पावे सदा सिफत सलाह तेरी, नाम मन वसावे नाम जिनके मन वसिया, वाजे शब्द कनेरे। कहे नानक सच्चा साहिब क्या नाही घर तेरे। इस घर दे विच सब कुछ है। हर जियो सफलियो बिरख है अमृत। ते एक खास चीज़ इस घर दे विच अमृत है, नाम है परमेश्वर दा, अमृत है। जिन्हों ये दो फल मिल गए, जिन्हों ये दो चीज़ां मिल गईयां, जिन पीता तिस तिखा लहावणिया, उहदियां सारियां भुखां खत्म हो गईयां, उहदी ऐशो इशत करन दी इच्छा खत्म हो गई, उहदी सहूलतां भोगण दी इच्छा खत्म हो गई, उहदी काम वासना की इच्छा खत्म हो गई, उहदा लोभ लालच खत्म हो गया, उहदा काम वासना खत्म हो गई, उहदा क्रोध खत्म हो गया, उहदा हंकार खत्म हो गया, उहदी भटकना खत्म हो गई। वह भाने विच आ गया, तेरा भाना मीठा लग है, हर नाम पदार्थ नानक मंगै। वो कहना हुण होर कुछ नहीं चाहिए, बस आही दे दिया कर। मेरा वैद गुरु गोबिंदा हर हर नाम औखद मुख देवै काटै जम की फंदा। मेरा परमेश्वर जिहड़ा है वो जमा दियाँ फांसियां कट दिंदा है अमर की दात दे के, पर असीं तां मंगदे ही नहीं। असीं मंगदे हां संसार का समान। गुरु देना चाहुंदा है हर वस्तु सिख नूं, पर सिख जिड्डा क भांडा लैके आउंदा है उन्ना क समान गुरु पा दिंदा। कहो सतनाम अज दा फरमान है, भांडा धोए बैस धूप देवो, तो दूध है को जावो, दूध कर फुनसुरत समायन होए, निराश जमावो, जपो ता एको नामा, अवर निराफल कामा। एक परमेश्वर का नाम जपो, बाकी सब चलता रहना। फरीदा जित आसन हम बैठे केते बैस गए। आपा तो हुण आए हाजी रतन, अपने तो पहला पता नहीं किन्ने आए ते चले गए। जम्मण तो पहला ਜਾਂ ਆਪਣੇ ਇੱਥੇ ਆਉਣ ਤੋਂ ਪਹਿਲਾਂ। ਭਾਵ ਬਾਬਾ ਫਰੀਦ ਜੀ ਕਹਿੰਦੇ ਜਿਹੜੀ ਧਰਤੀ ਤੇ ਹੁਣ ਆਪਾਂ ਬੈਠੇ ਆ ਨਾ, ਇੱਥੇ ਬਹੁਤ ਆਏ ਤੇ ਚਲੇ ਗਏ। ਫਰੀਦਾ ਜਿਤ ਆਸਨ ਹਮ ਬੈਠੇ ਕੇ केते बैस गए। आ के दुनिया जा रही आ, कहते कहे कहे कह जावे, तुम सर अवर न कोई, तेरे वर्गा कोई नहीं है। तेनू बहुत सारे कहन वाले आए ते कह कह के चले गए, ते होर कहण वाले आ रहे हैं, उसकी सिफत करने वाले बहुत आए, सिफत की चले गए, आ रहे न करते रहणगे, पर तेरी सिफत नहीं मुकनी। कहो सतनाम सी। कहते कहे कहे कह जावे, तुम सर अवर न कोई, तेरे वर्गा कोई नहीं है। प्रीतम जी कहते हर जियो सफलियो बिरख है अमृत, जिन पीता तिन तिस तिखा लहावणिया। तिखा होंदी है ते तेह, किसी नूं कोई ते है, किसी नूं कोई भुखा। भुख केवल रोटी नाल नहीं जुड़ी हुई, भुख वस्तुआं नाल भी जुड़ी है। किसी दे घरे बच्चा नहीं होया, उन्हें पुत्र दी धी दी भुख है। कहो सतनाम सी। किसी नूं माया दी भुख है, किसी नूं इज्जत दी भुख है। भुखां बहुत तरह दी है, तो जे गुरु नाल जुड़ गया सारिया भुखां खत्म हो जाएगी। जे मनुख पातशाह जी सुखमनी साहब च कहते हैं शोभा लोड़ है, जे चाहता है कि मेरी वडियाई होवे तो साधुआं की संगत करे, गुरु प्यारियां की नाम जपण वालियां की संगत करे। प्रीतम जी अगे बख्शिश करते हैं, जिन पीता तिस तिखा लहावनिया, उन्हां दियां तेहां खत्म हो गई, भुखां खत्म हो गई। भगत ध्रुव छोटा जा बच्चा है,
5 ਕੁ ਸਾਲ ਦਾ ਹੋ ਗਿਆ। ਇਸ ਦਾ ਪਿਤਾ ਜਿਹੜਾ ਉਸ ਦੇ ਲੰਬਾ ਸਮਾਂ ਬੱਚਾ ਨਹੀਂ ਹੋਇਆ, ਰਾਜਾ ਹੈ, ਰਾਣੀ ਦੇ ਪੁੱਤਰ ਨਾ ਹੋਇਆ, ਕੋਈ ਧੀ ਨਾ ਹੋਈ, ਕੋਈ ਬੱਚਾ ਨਾ ਹੋਇਆ, ਲੰਬਾ ਸਮਾਂ ਲੰਘ ਗਿਆ। ਤੇ ਉਹਨਾਂ ਨੇ, ਰਾਣੀ ਨੇ ਸੋਚਿਆ ਵੀ ਹੋ ਸਕਦਾ ਮੇਰੇ ਸਰੀਰ 'ਚ ਕੋਈ ਡਿਫੈਕਟ ਹੋਵੇ, ਕਿਉਂ ਨਾ ਮੈਂ ਆਪਣੀ ਛੋਟੀ ਭੈਣ ਦਾ ਵਿਆਹ ਕਰਾ ਦਿਆਂ, ਚਲੋ ਸਾਡਾ ਰਾਜ ਭਾਗ ਚੱਲਦਾ ਰਹੂਗਾ। ਉਹ ਰਾਣੀ ਨੇ ਰਾਜੇ ਉਤਾਨਪਾਦ ਨੂੰ ਆਪਣੀ ਛੋਟੀ ਭੈਣ ਦੀ ਸ਼ਾਦੀ ਲਿਆਂਦੀ। ਸਮਾਂ ਬਤੀਤ ਹੋਇਆ, ਹੁਣ ਨਵਾਂ ਵਿਆਹ ਹੋ ਗਿਆ, ਰਾਜੇ ਦਾ ਉਧਰ ਨੂੰ ਜਿਹੜਾ ਸੀਗਾ ਝੁਕਾਅ ਵੱਧ ਹੋ ਗਿਆ, ਪ੍ਰੇਮ ਵੱਧ ਗਿਆ, ਵੱਡੀ ਦਾ ਖਿਆਲ ਘੱਟ ਕਰਨ ਲੱਗ ਪਿਆ, ਛੋਟੀ ਦਾ ਵੱਧ ਕਰਨ ਲੱਗ ਪਿਆ। ਇੱਥੋਂ ਤੱਕ ਕਿ ਭੈਣਾਂ ਭੈਣਾਂ 'ਚ ਸਰੀਕਾ ਵੀ ਪੈਦਾ ਹੋ ਗਿਆ। ਰਾਜੇ ਨੇ ਵੱਡੀ ਰਾਣੀ ਦੀ ਅਲੱਗ ਮਹਿਲ ਪਾਤਾ, ਅਲੱਗ ਕੋਠੀ ਪਾਤੀ, ਉੱਥੇ ਰਹਿਣ ਲੱਗੀ। ਰਾਜਾ ਇੱਧਰ ਰਹਿਣ ਲੱਗਿਆ, ਦੂਜੇ ਮਹਿਲ 'ਚ ਜ਼ਿਆਦਾਤਰ। ਇੱਕ ਦਿਨ ਇੱਕ ਸਾਧੂ ਆਇਆ, ਮਹਾਂਪੁਰਸ਼ ਆਇਆ ਕੋਈ, ਉਹ ਵੱਡੀ ਰਾਣੀ ਸੀ ਧਰਮੀ ਇਸਤਰੀ, ਤੇ ਉਹ ਸਾਧੂ ਨੇ ਆ ਕੇ ਪ੍ਰਸ਼ਾਦਾ ਮੰਗਿਆ, ਤੇ ਉਹ ਰਾਣੀ ਕਹਿਣ ਲੱਗੀ ਆ ਜਾਓ ਮਹਾਂਪੁਰਸ਼ੋ, ਬਹਿ ਜਾਓ, ਪ੍ਰਸ਼ਾਦਾ ਛਕ ਲਓ। ਕਹਿੰਦੇ ਰਾਣੀ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਦੋਂ, ਤੇ ਰਿਸ਼ੀ ਨੇ ਨਿਗਾਹ ਮਾਰੀ ਵੀ ਘਰ ਵਿੱਚ ਕੋਈ ਬਾਲ ਬੱਚਾ ਦਿਸਦਾ ਹੀ ਨਹੀਂ, ਇਕੱਲੀ ਕੋਈ ਫਿਰਦੀ ਆ। ਉਹਨਾਂ ਨੇ ਕਿਹਾ ਬੇਟਾ ਕੋਈ ਬਾਲ ਬੱਚਾ ਦਿਸਦਾ ਨਹੀਂਗਾ, ਇਕੱਲੇ ਰਹਿੰਦੇ ਹੋ। ਰਾਜਾ ਕਹਿੰਦੀ ਰਾਜਾ ਤਾਂ ਲੜਾਈ ਤੇ ਗਿਆ ਹੋਇਆ, ਮਹਿਮ ਤੇ ਗਿਆ ਹੋਇਆ, ਤੇ ਬੱਚਾ ਕੋਈ ਹੋਇਆ ਨਹੀਂ, ਪਰਮੇਸ਼ਰ ਦੀ ਮੌਜ ਆ ਬਸ। ਅੱਛਾ ਕੋਈ ਨਹੀਂ ਬੇਟਾ, ਹੁਣ ਤੇਰੇ ਪੁੱਤਰ ਹੋਊਗਾ, ਕਹੋ ਸਤਨਾਮ ਸ੍ਰੀ। ਉਹ ਰਾਣੀ ਕਹਿੰਦੀ ਨਹੀਂ ਮਹਾਰਾਜ ਮੈਨੂੰ ਤਾਂ ਲੋੜ ਨਹੀਂ, ਹੁਣ ਤਾਂ ਮੇਰੀ ਛੋਟੀ ਭੈਣ ਦਾ ਵਿਆਹ ਹੋਇਆ ਮੇਰੇ ਪਤੀ ਰਾਜੇ ਨਾਲ, ਉਹਦੇ ਹੋ ਜਾਵੇ। ਕਹਿੰਦੇ ਉਹਦੇ ਵੀ ਹੋ ਜਾਊਗਾ, ਤੇਰੇ ਵੀ ਹੋਊਗਾ। ਐਸਾ ਬਚਨ ਦੇ ਕੇ ਚਲਿਆ ਗਿਆ, ਕਹੋ ਸਤਨਾਮ ਸ੍ਰੀ। ਤੋ ਸਮੇਂ ਦੇ ਨਾਲ ਹੁਣ ਰਾਜਾ ਆਉਂਦਾ ਜਾਂਦਾ ਹੀ ਰਹਿੰਦਾ, ਇਸ ਮਹਿਲ ਵਿੱਚ ਵੀ ਆਉਂਦਾ, ਆਖਰ ਆਉਂਦਾ ਤਾਂ ਹੈਗਾ ਹੀ ਆ। ਤੇ ਪਰਮੇਸ਼ਰ ਨੇ ਕਿਰਪਾ ਕੀਤੀ, ਉਹ ਸਾਧੂ ਦਾ ਬਚਨ ਪੂਰਾ ਹੋਇਆ। ਇਹ ਰਾਣੀ ਦੇ ਪੁੱਤਰ ਹੋ ਗਿਆ ਧਰੂ, ਉਹਦਾ ਨਾਮ ਰੱਖਤਾ ਧਰੂ। ਤੇ ਉਧਰ ਵੀ ਬੱਚਾ ਹੋ ਗਿਆ, ਤੇ ਉਸ ਦਾ ਨਾਮ ਰੱਖ ਦਿੱਤਾ ਉੱਤਮ। ਤੇ ਗੁਰੂ ਪਿਆਰਿਓ, ਦੋਨੇ ਬੱਚੇ ਵਧਣੇ ਸ਼ੁਰੂ ਹੋਏ। ਰਾਜਾ ਕਿਧਰੇ ਗਿਆ ਸੀ ਮੁਹਿੰਮ ਤੇ, 5 ਸਾਲਾਂ ਬਾਅਦ ਵਾਪਸ ਕਿਤੇ ਆਇਆ। ਇੱਧਰੋਂ ਧਰੂ ਜਿਹੜਾ ਉਹ 5 ਸਾਲ ਦਾ ਹੋ ਗਿਆ, ਉਹਨੂੰ ਪਤਾ ਲੱਗਿਆ ਕਿ ਮੇਰਾ ਬਾਪੂ ਮੁੜਿਆ ਆ, ਮੇਰਾ ਪਿਤਾ ਮੁੜਿਆ ਆ। ਤੇ ਬੱਚੇ ਨੂੰ ਚਾਅ ਹੀ ਹੁੰਦਾ ਪਿਓ ਨੂੰ ਮਿਲਣ ਦਾ, ਕਿਧਰੇ ਗਿਆ ਹੋਵੇ। ਤੇ ਧਰੂ ਭੱਜ ਕੇ ਮਿਲਣ ਵਾਸਤੇ ਗਿਆ ਆਪਣੇ ਪਿਤਾ ਨੂੰ, ਤੇ ਜਾ ਕਰਕੇ ਰਾਜੇ ਦੀ ਗੋਦੀ 'ਚ ਬਹਿ ਗਿਆ। ਰਾਜੇ ਨੇ ਵੀ ਪਿਆਰ ਕੀਤਾ, ਪੁੱਤਰ ਹੈ ਉਹਦਾ, ਗੋਦ 'ਚ ਲੈ ਲਿਆ, ਪਿਆਰ ਕੀਤਾ। ਪਰ ਸਰੀਕਾ ਈਰਖਾ, ਉਹਦੀ ਮਾਸੀ ਛੋਟੀ ਰਾਣੀ ਆਈ, ਸਕੀ ਮਾਸੀ ਹੈ, ਮਾਂ ਦੀ ਭੈਣ ਹੈ, ਆਈ ਤੇ ਉਹਨੇ ਚੱਕ ਕੇ ਗੋਦੀ 'ਚੋਂ ਚਲਾ ਕੇ ਮਾਰਿਆ। ਕਹਿੰਦੀ ਚੱਲ ਪਰੇ, ਇੱਥੇ ਮੇਰਾ ਪੁੱਤਰ ਬੈਠੂਗਾ, ਜੇ ਤੂੰ ਇਸ ਪਿਓ ਦੀ ਗੋਦ 'ਚ ਬਹਿਣਾ ਸੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ। ਹੁਣ ਬੱਚਾ ਕੋਮਲ ਦਿਲ ਰੋਣ ਲੱਗ ਪਿਆ। ਰਾਜਾ ਜਿਹੜਾ ਉਸ ਰਾਣੀ ਦੇ ਮੋਹ ਵਿੱਚ ਇੰਨਾ ਫਸਿਆ ਹੋਇਆ, ਨਾ ਰਾਣੀ ਨੂੰ ਝਿੜਕਿਆ ਤੇ ਨਾ ਬੱਚੇ ਨੂੰ ਬੁਲਾਇਆ, ਤੇ ਬੱਚਾ ਰੋਂਦਾ ਰੋਂਦਾ ਆਪਣੇ ਘਰ ਵੱਲ ਚੱਲ ਪਿਆ। ਕਹੋ ਸਤਨਾਮ ਸ੍ਰੀ। ਧਰੂ ਰੋਂਦਾ ਘਰ ਆਇਆ, ਮਾਂ ਪੁੱਛਣ ਲੀਤਾ। ਮਾਂ ਨੇ ਬੁਲਾਇਆ, ਅੱਖਾਂ ਦੇ ਉੱਤੇ ਹੰਝੂ ਹੈ, ਸਾਰਾ ਮੂੰਹ ਖਰਾਬ ਹੋ ਗਿਆ ਰੋ ਰੋ ਕੇ। ਸੇਵਕ ਨੌਕਰ ਘਰੇ ਛੱਡ ਗਏ। ਮਾਂ ਨੇ ਚੱਕਿਆ, ਕਹਿੰਦੀ ਪੁੱਤ ਕੀ ਹੋ ਗਿਆ? ਰੋਂਦਾ ਹੋਇਆ ਕਹਿੰਦਾ ਮਾਂ ਤੂੰ ਪਹਿਲਾਂ ਐਂ ਦੱਸ ਵੀ ਤੂੰ ਰਾਣੀ ਹੈ ਕਿ ਨੌਕਰਾਣੀ ਹੈ, ਮੈਨੂੰ ਅੱਜ ਸ਼ੱਕ ਪੈ ਗਿਆ। ਕਿਉਂ? ਮੈਂ ਪਿਓ ਦੀ ਗੋਦ ਵਿੱਚ ਜਾ ਕੇ ਬੈਠਾ ਤੇ ਮੈਨੂੰ ਮਾਸੀ ਨੇ ਚਲਾ ਕੇ ਮਾਰਿਆ ਗੋਦ 'ਚ ਰੱਖ ਕੇ। ਕਹਿੰਦੀ ਜੇ ਤੂੰ ਇਸ ਗੋਦ 'ਚ ਬਹਿਣਾ ਸੀ ਤੇ ਮੇਰੀ ਕੁੱਖੋਂ ਜਨਮ ਲੈਣਾ ਸੀ। ਕਹੋ ਸਤਨਾਮ ਸ੍ਰੀ।
ਤੇ ਮਾਂ ਵੀ ਬੜੀ ਸਿਆਣੀ ਸੀ ਅੱਗੋਂ। ਕਹਿੰਦੀ ਪੁੱਤ ਰਾਣੀ ਹਾਂ ਇਸ ਜਨਮ ਦੀ, ਮੈਂ ਇਸ ਜਨਮ ਦੀ ਰਾਣੀ ਆ, ਪਰ ਪਿਛਲੇ ਜਨਮ 'ਚ ਆਪਾਂ ਪ੍ਰੇਮਾ ਭਗਤੀ ਭਜਨ ਬੰਦਗੀ ਨਹੀਂ ਕੀਤੀ, ਇਸ ਕਰਕੇ ਆਪਣੀ ਇਹ ਹਾਲਤ ਹੋ ਰਹੀ ਆ। ਪੁੱਤਰ ਕਹਿੰਦਾ ਮਾਂ ਮੈਨੂੰ ਐਂ ਦੱਸ ਵੀ ਪਿਓ ਵਾਲਾ ਰਾਜ ਮਿਲੂਗਾ ਕਿਵੇਂ? ਕਹੋ ਸਤ। ਜਿੱਦ ਹੋ ਗਈ ਨਾ ਬੱਚੇ ਨੂੰ, ਜੇ ਕਿਤੇ ਰਾਜਾ ਚੱਕ ਕੇ ਬਰਾ ਲੈਂਦਾ, ਥੋੜਾ ਪਿਆਰ ਕਰ ਦਿੰਦਾ, ਸ਼ਾਇਦ ਬੱਚਾ ਭੁੱਲ ਜਾਂਦਾ, ਪਰ ਕਿੱਥੇ ਭੁੱਲੇ ਹੁਣ। ਮਾਂ ਨੂੰ ਕਹਿੰਦਾ ਮੈਂ ਇਹ ਰਾਜ ਲੈਣਾ ਪਿਓ ਵਾਲਾ, ਕਿਵੇਂ ਮਿਲੂਗਾ? ਉਹ ਕਹਿੰਦੀ ਪੁੱਤ ਭਗਤੀ ਕਰਨੀ ਚਾਹੀਦੀ ਹੈ, ਜੇ ਭਗਤੀ ਕਰੀਏ ਤੇ ਸਭ ਕੁਝ ਮਿਲਦਾ। ਹਾਂਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤੇ ਸਤਿਖਾ ਲਹਾਵਨੇ ਆ। ਬੱਚੇ ਨੂੰ ਮਾਂ ਨੇ ਪ੍ਰੇਰਨਾ ਕਰਤੀ, ਗਾਈਡੈਂਸ ਤਾਂ ਵਧੀਆ ਦੇਤੀ, ਪਰ ਇਹ ਨਹੀਂ ਸੀ ਪਤਾ ਕਿ ਮੇਰਾ ਪੁੱਤਰ ਤੁਰੰਤ ਹੀ ਇਹ ਤੇ ਫੈਸਲਾ ਕਰ ਲੂਗਾ। ਅੱਧੀ ਰਾਤ ਨੂੰ ਧਰੂ ਆਪਣੀ ਮਾਂ ਦੀ ਪਰਿਕਰਮਾ ਕਰਕੇ ਘਰੋਂ ਨਿਕਲ ਗਿਆ, ਸੁੱਤੀ ਪਈ ਨੂੰ ਛੱਡ ਕੇ। ਕਹੋ ਸਤਨਾਮ ਸ੍ਰੀ। ਕਹਿੰਦਾ ਹੁਣ ਫਿਰ ਭਗਤੀ ਕਰਕੇ ਰਾਜ ਲੈ ਕੇ ਹੀ ਰਾਜ ਤੇ ਬੈਠੂੰਗਾ। ਜੰਗਲਾਂ ਵਿੱਚ ਚਲਿਆ ਗਿਆ, ਉੱਥੇ ਉਹਨੂੰ ਕੋਈ ਨਾਰਦ ਮੁਨੀ ਲਿਖਿਆ ਇਤਿਹਾਸ ਵਿੱਚ। ਨਾਰਦ ਮੁਨੀ ਦਾ ਅਸਲ ਕੋਈ ਇੱਕ ਨਾਰਦ ਮੁਨੀ ਨਹੀਂ, ਇਹਦਾ ਅਸਲੀ ਅਰਥ ਹੈ ਬ੍ਰਹਮ ਗਿਆਨੀ। ਇਹ ਜੁਗਾਂ ਜੁਗਾਂ 'ਚ ਹੁੰਦੇ ਹੀ ਆਏ ਆ, ਸਮੇਂ ਸਮੇਂ 'ਤੇ ਸਭ ਨੂੰ ਗਾਈਡੈਂਸ ਕਰਨ ਵਾਸਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ। ਰੱਬ ਸਾਧੂਆਂ ਨੂੰ ਭੇਜਦਾ ਰਹਿੰਦਾ, ਤੇ ਨਾਰਦ ਮੁਨੀ ਦਾ ਅਰਥ ਹੈ ਸਾਧੂ, ਸੱਚ ਨਾਲ ਜੋੜਨ ਵਾਲਾ। ਕੋਈ ਰੱਬ ਦਾ ਪਿਆਰਾ ਇਹਨੂੰ ਮਿਲ ਗਿਆ ਜੰਗਲ ਵਿੱਚ। ਬੱਚੇ ਨੂੰ ਵੇਖ ਕੇ ਕਹਿੰਦਾ ਵੀ ਪੁੱਤਰ ਤੂੰ ਇੱਧਰ ਕਿੱਧਰ? ਕਹਿੰਦਾ ਬਾਬਾ ਮੈਂ ਕਰਨੀ ਆ ਭਗਤੀ, ਤੇ ਤੂੰ ਸਾਧੂ ਆ, ਮੈਨੂੰ ਦੱਸ ਕਿਵੇਂ ਕਰੀਦੀ ਆ? ਉਹ ਕਹਿੰਦਾ ਬੇਟਾ ਘਰੇ ਵਗ ਜਾ, ਤੂੰ ਹਜੇ ਭਗਤੀ ਦਾ ਸਮਾਂ ਨਹੀਂ ਆ, ਤੂੰ ਹੱਸ ਖੇਡ ਖਾ ਪੀ ਵੱਡਾ ਹੋ ਫਿਰ ਭਗਤੀ ਕਰ ਲਈ। ਇੱਥੇ ਕੋਈ ਤੈਨੂੰ ਸ਼ੇਰ ਬਘਿਆੜ ਖਾ ਜੂਗਾ। ਹੁਣ ਅੰਦਰ ਇੱਕ ਐਸੀ ਜਿੱਦ ਪੈ ਗਈ, ਹਿੰਡ ਪੈ ਗਈ ਕਿ ਮੈਂ ਪਹਿਲਾਂ ਭਗਤੀ ਕਰਕੇ ਰਾਜ ਪ੍ਰਾਪਤ ਕਰਨਾ, ਅਗਲੀ ਗੱਲ ਕਰਨੀ ਫੇਰ ਆ। ਕਹੋ ਸਤਨਾਮ ਸ੍ਰੀ। ਉਹ ਸਾਧੂ ਨੇ, ਉਸ ਨਾਰਦ ਮੁਨੀ ਨੇ, ਉਸ ਬ੍ਰਹਮ ਗਿਆਨੀ ਨੇ ਬੜਾ ਸਮਝਾਇਆ ਬਈ ਤੂੰ ਘਰੇ ਚਲਿਆ ਜਾ ਪੁੱਤ, ਇੱਥੇ ਤੈਨੂੰ ਕੋਈ ਸ਼ੇਰ ਸ਼ੂਰ ਖਾ ਜੂਗਾ, ਭੁੱਖਾ ਮਰ ਜਾਏਗਾ, ਇੱਥੇ ਭਗਤੀ ਕਰਨੀ ਕੋਈ ਸੌਖੀ ਗੱਲ ਨਹੀਂ। ਪਰ ਧਰੂ ਕਹਿੰਦਾ ਬਾਬਾ ਜੇ ਤੈਨੂੰ ਕੋਈ ਢੰਗ ਪਤਾ, ਕੋਈ ਜੁਗਤੀ ਪਤੀ ਹੈ ਤੇ ਮੈਨੂੰ ਦੱਸ ਦੇ, ਘਰੇ ਤਾਂ ਮੈਂ ਜਾਣਾ ਨਹੀਂ ਹੁਣ। ਕਹਿੰਦੇ ਨਾਰਦ ਮੁਨੀ ਨੇ ਉਸ ਨੂੰ ਕਾਫੀ ਠਕੋਰਿਆ, ਪਰ ਉਹ ਕਹਿੰਦਾ ਮੈਂ ਘਰੇ ਨਹੀਂ ਜਾਣਾ, ਮੈਂ ਭਗਤੀ ਕਰਨੀ ਹੈ, ਮੈਨੂੰ ਕੋਈ ਉਪਦੇਸ਼ ਦੇ ਦੇ, ਕੋਈ ਮੰਤਰ ਦੇ ਦੇ ਜੇ ਹੈਗਾ ਤੇਰੇ ਕੋਲ ਤਾਂ। ਫਿਰ ਉਸ ਬ੍ਰਹਮ ਗਿਆਨੀ ਨੇ ਵੇਖਿਆ ਬੱਚਾ ਕੁਛ ਬਣੂਗਾ ਜ਼ਰੂਰ ਇਹ, ਤੇ ਉਹਨੇ ਉਹਨਾਂ ਨੂੰ ਨਾਮ ਦੇ ਦਿੱਤਾ। ਉਸ ਵੇਲੇ ਜੋ ਚੱਲਦਾ ਸੀਗਾ ਓਮ ਨਮੋ ਸ਼ਿਵਾਏ ਆਦਿ ਆਦਿ ਜੋ ਵੀ ਮੰਤਰ ਉਹ ਜਾਣਦਾ ਸਾਧੂਆਂ ਨੇ ਦੇ ਦਿੱਤਾ। ਉਹਨੇ ਫਿਰ ਇੱਕ ਦਰਖਤ ਦੇ ਹੇਠਾਂ ਬੈਠ ਕੇ ਨਾਮ ਜਪਣਾ ਸ਼ੁਰੂ ਕੀਤਾ, ਧਿਆਨ ਜੋੜ ਕੇ ਸਵਾਸਾਂ ਦੇ ਨਾਲ। ਤਾਂ ਗੁਰੂ ਪਿਆਰਿਓ ਨਾਮ ਜਪਦਿਆਂ ਉਸਨੇ ਸਵੇਰੇ ਬੈਠਾ, ਸ਼ਾਮ ਨੂੰ ਭੁੱਖ ਲੱਗਿਆ ਹੀ ਉੱਠਿਆ, ਆਸੇ ਪਾਸੇ ਜੰਗਲ 'ਚ ਘੁੰਮਿਆ, ਖੱਖੜੀ ਕਰੇਲਾ ਕੁਝ ਲੱਭਿਆ, ਉਹ ਖਾ ਕੇ ਭੁੱਖ ਮਿਟਾ ਲਈ। ਕੁਝ ਦਿਨ ਇਸ ਨੇ ਸੁਬਾਹ ਬਹਿ ਕੇ ਸ਼ਾਮ ਨੂੰ ਉੱਠਣਾ, ਪਰ ਸੋਚਿਆ ਵੀ ਯਾਰ ਛੇਤੀ ਉੱਠ ਖੜ੍ਹਦੇ ਹਾਂ। ਇਹ ਆਪਣੀ ਭਗਤੀ ਨੂੰ 3 ਦਿਨਾਂ 'ਤੇ ਲੈ ਗਿਆ। ਤੀਜੇ ਦਿਨ ਉੱਠਣ ਲੱਗਿਆ, 3 ਦਿਨ ਬੈਠਾ ਰਹਿੰਦਾ, ਭੁੱਖ ਨੂੰ ਕੰਟਰੋਲ ਕਰਨ ਲੱਗਿਆ। ਤੇ ਇਸ ਤਰ੍ਹਾਂ ਅੱਗੇ ਚੱਲਦਾ ਚੱਲਦਾ ਭੁੱਖ ਨੂੰ ਕੰਟਰੋਲ ਕਰਦਾ 9 ਦਿਨਾਂ 'ਤੇ ਲੈ ਗਿਆ, ਮਹੀਨੇ 'ਤੇ ਲੈ ਗਿਆ। ਤੇ ਇੱਕ ਵਾਰ ਬੈਠਾ ਤੇ ਮਹੀਨੇ ਤੋਂ ਵੀ ਟਪਾ ਗਿਆ ਕੰਮ। ਇਹਨਾਂ ਦਿਨਾਂ 'ਚ ਇਹਨੇ ਦਰਖਤਾਂ ਦੇ ਕੋਮਲ ਪੱਤੇ ਖਾ ਕੇ ਵੀ ਟਾਈਮ ਟਪਾਇਆ। ਜੋ ਖੱਖੜੀ ਕੇਲਾ ਜੰਗਲ 'ਚੋਂ ਮਿਲਿਆ ਉਹ ਖਾ ਕੇ ਸਮਾਂ ਲੰਘਾਇਆ। ਪਰ ਬੜੀ ਇਸ ਦੀ ਹੱਠ ਬੜਾ ਪੱਕਾ ਸੀਗਾ। ਬੈਠਾ ਤੇ ਮੁੜ ਕੇ ਉੱਠਿਆ ਹੀ ਨਾ। ਐਸਾ ਧਿਆਨ ਜੁੜਿਆ, ਧਿਆਨ ਖਿੱਚਿਆ ਗਿਆ, ਧਿਆਨ ਤਾਹਾਂ ਚੜ੍ਹ ਗਿਆ, ਸੁਰਤੀ ਤਾਹਾਂ ਚੜ੍ਹ ਗਈ, 10ਵੇਂ ਦੁਆਰ ਜਾ ਮੰਡਿਆ। ਹੁਣ ਗੁਰੂ ਪਿਆਰ ਜਦੋਂ ਜੁੜ ਗਿਆ ਨਾ ਬੱਚਾ, ਤੇ ਜਿਹੜੇ ਇੰਦਰ ਵਰਗੇ ਦੇਵੀ ਦੇਵਤੇ ਆਏ ਇਹਨਾਂ ਨੂੰ ਭਾਜਣਾ ਪੈ ਗਈਆਂ। ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਵਰਗੇ। ਇੰਦਰ ਨੂੰ ਖਤਰਾ ਪੈ ਲੈਂਦਾ ਮੇਰੀ ਗੱਦੀ ਨਾ ਖੋਲਿਆ, ਜਿਵੇਂ ਮੰਤਰੀਆਂ ਨੂੰ ਹੈ ਵੀ ਕਿਤੇ ਕੋਈ ਚੰਗਾ ਬੰਦਾ ਨਵਾਂ ਉੱਠ ਖੜਿਆ ਨਾ, ਕਿਤੇ ਵੋਟਾਂ ਉੱਧਰ ਨਾ ਵਗ ਜਾਣ ਸਾਰੀਆਂ, ਰੌਲਾ ਪਈ ਜਾਂਦਾ।
देश दे विच। इंद्र वर्गिਆਂ ਨੂੰ यही खतरा पैदा हो जाता भी जे इहने भगती पूरी कर ली किते परमात्मा इहनूं मेरे वाला राज ना दे दे। इन्हां सारिਆਂ ਨੂੰ भाजना पईयां ब्रह्मा विष्णु महेश इन्हां सारे देवी देवतिਆਂ ਨੂੰ इन्हां ने भज के परमेश्वर कोल जाना कीता। कहने महाराज अथले ध्यान मारो, आ पता नहीं कौन तुहाडी भगती च बैठा, सारी दुनिया बन के रखती। जदों उन्हें सवास रोक लिया दुनिया खड़ गई। कहते वगदे पानी खड़ गए, भजदे जानवर खड़ गए, दरख्तां चों रसा चोन लग पिया, कुदरत सारी उहदे नाल हो गई ध्रुव दे। ते जिहदे नाल कुदरत हो जावे उहनूं सब कुछ मिल जांदा। को सतनाम सी। ते गुरु प्यारे हो, जिस वेले ध्रुव का ध्यान जुड़िया सृष्टि बझी गई। ब्रह्मा कहता सृष्टि खड़ गई, विष्णु जी कहते मेरी ड्यूटी है दुनिया नूं पालण दी, सारी दुनिया खड़ गई है। महादेव कहना मैं मारनी हाँ, ये सारा कुछ रुक गया, हुण की करा। परमेश्वर नूं कहते देखो मारे की मंगदा दिओ इहनूं। परमेश्वर कहते कोई गल नहीं, मेरा एक छोटा जिहा बच्चा एक भगती च पै गया, जाना मैं इहदे कोल। कहते परमेश्वर इहदे सामने आए, इहनूं ध्यान चों उठाया, उठ पुत्र तेरी भगती पूरी हो गई है। ध्यान चों तो ठाता पर बोलदा नहीं गा। कहते उन्होंने अपना संख इन्हां दे मूँह नाल लाया। कहते पुत्र बोल, तू काहदे वास्ते भगती कीती है, मंग की मंगना। ध्यान बाहर कढ़िया अखां चों, परमेश्वर का सुंदर स्वरूप देख के कहना मैनू कुछ नहीं चाहिए, मैं तेरे नाल ही चलदा। कहो सतनाम। बैठा काहदे वास्ते सीगा, प्यो वाला राज लैण वास्ते। पर जदों वो मिल गया, हर जी अचिंत वसे मणियाई, हर जी ओ सफलियो बिरख है अमृत, जिन पीता तिस तिखा लहावणिया। हुण ओहदे भुल ही गया कि मैं राज लैण वास्ते बैठा सीगा। कहना जी बड़े सुंदर हो, मैनू नाल ही लै चलो आपदे। कहो सतनाम श्री। परमेश्वर कहते तू बैठा काहदे वास्ते सी। कहना छड्डो जी उसनूं, हुण जिहड़ा तुहाडे दर्शनां चों आनंद है, बस हुण तां यही लैणा। परमेश्वर कहते नहीं पुत्र, तेरी हजे उम्र बहुत पई आ, हजे 36,000 साल उन्हां समियां दी गल आ जदों बंदे दी उम्र बड़ी लंबी हुंदी सी। हजे तेरी उम्र बहुत पई आ ते तू राज करना है, ते तू राज कर, जनता नूं सुख दे। कहते राज मेरा आपे भरा कर लवेगा, मैं तो सोडे नाल जाना। वो कहते मैं भी लै जूँगा तैनूं, जिद क्यों करदा, तेरे भरा की तो उम्र बहुत थोड़ी है, उन्हें जंगल भी शिकार खेडन जाना, उन्हें मर जाना है, मुड़ के तेरे बाप वाला राज तू करना, जा घर नूं। कहते जी मैं थोड़े दर्शन किवें करूँगा। कहते जिन्ना चिर तू दुनिया च रहेगा दुनिया नूं चंगा राज दे, और जदों तू शरीर त्यागेगा मैं तेनों आपदी ड्योढ़ी ते बिठा दूँगा, मेरे आउंदे जांदे दे दर्शन करी चली। अज ध्रुव परमेश्वर की सचखंड की ड्योढ़ी ते बैठा। को सतनाम श्री। जिन पीता तिस तिखा लहावणिया, उन्हां दियां सारियां तिखां खत्म हो गईयां, तिहां खत्म हो गईयां। हाँ वारी जियो वारी, मैं बलिहारे जावां, सच संगत मेल मिलावणिया। जिन्हां नूं परमेश्वर रब दे प्यारियां दा मिलाप करा दिंदा, से प्यारियां मेल जिन्हां मिलियां तेरा नाम चित्ते आवे। नानक नाम चढ़दी कला तेरे भाने सरबत दा। इस सच दे मिलाप भी वड्डी खेड़ है। पूर्व कर्म अंकर जै प्रगटे, भेटे पुरख रसक बैरागी। ते जदों ध्रुव वापस चलिया, प्यो अगों लैन गया बाजियां गाजियां नाल, जद आया ना वापस, ते अगे वेखो अवस्था ध्रुव दी हुण कैसी आ। राजे दे नाल सारा राज परिवार है, पुत्र उत्तम भी है, रानियां भी दोने है। ते ध्रुव ने आके मासी दे पैरी पैना किया, जिहड़ी ने गोदी चों चक के परे सिटिया सी। को सतनाम श्री। भाव ईरखा भी खत्म हो गई, दवैत भी खत्म हो गई, सब कुछ ही अंदरों बदल दिता इस परमेश्वर दे सिमर ने। तां गुरु प्यारिओ, उस मासी मां नूं कहंदा मां
जे तू ਉਹਦੇ ਮੈਨੂੰ ਗੋਦੀ ਚੱਕ ਕੇ ਨਾ ਸਿੜਦੀ ਤੇ ਮੈਂ ਆਹ ਅਵਸਥਾ ਕਿਵੇਂ ਪ੍ਰਾਪਤ ਕਰਦਾ। ਧੰਨਵਾਦ ਤੇਰਾ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਕਬੀਰ ਸਾਹਿਬ ਜੀ ਨੇ ਐਵੇਂ ਨਹੀਂ ਕਹੀਆਂ ਇਹ ਗੱਲਾਂ। ਖੈਰ ਨਿੰਦਾ ਕਰਨੀ ਚੰਗੀ ਨਹੀਂ ਹੈ। ਜਿਹੜਾ ਕਰਦਾ ਉਹਦਾ ਨੁਕਸਾਨ ਹੁੰਦਾ ਹੈ, ਜਿਹਦੀ ਹੁੰਦੀ ਆ ਉਹਦਾ ਨੁਕਸਾਨ ਨਹੀਂ ਹੁੰਦਾ। ਧਰੂਵ ਭਗਤ ਜੀ ਸਭ ਨੂੰ ਪਿਆਰ ਕਰਦੇ ਆ। ਅੱਗੇ ਜਾ ਕੇ ਉੱਤਮ ਸ਼ਿਕਾਰ ਦਾ ਸ਼ੌਂਕੀ ਸੀਗਾ। ਉਹ ਸ਼ਿਕਾਰ ਖੇਡਣ ਜਾਂਦਾ ਹੈ। ਉਹ ਕਿਸੇ ਸ਼ੇਰ ਨੇ ਹਮਲਾ ਕੀਤਾ, ਮਰ ਗਿਆ ਜੰਗਲ ਦੇ ਵਿੱਚ। ਫਿਰ ਧਰੂਵ ਨੇ ਰਾਜ ਕੀਤਾ ਤੇ ਅੱਗੇ ਚੱਲ ਕੇ ਸੰਸਾਰ ਨੂੰ ਰਾਜ ਭਾਗ ਦੇ ਦੌਰਾਨ ਬਹੁਤ ਸੁੱਖ ਦਿੱਤਾ, ਜਨਤਾ ਦੀ ਖੁਸ਼ੀ ਲਈ। ਹਉ ਵਾਰੀ ਜੀਓ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੇ। ਇਹ ਸੱਚ ਦੀ ਸੰਗਤ ਵੀ ਪਰਮੇਸ਼ਰ ਦੀ ਕਿਰਪਾ ਨਾਲ ਹੁੰਦੀ ਆ ਤੇ ਪਰਮੇਸ਼ਰ ਦੀ ਕਿਰਪਾ ਗੁਰੂ ਦੀ ਸੇਵਾ ਨਾਲ ਮਿਲਦੀ ਆ। ਸ਼ੁਰੂਆਤ ਸ਼ਬਦ ਦੀ ਕੀਤੀ, ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੇ ਮਨ ਆਈ। ਹਰ ਜੀਉ ਸਫਲਿਓ ਵਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਉ ਵਾਰੀ ਜੀਓ ਵਾਰੀ ਸਤ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ। ਰਹਾਉ ਰਹਾਉ ਕਹਿੰਦਾ ਰੁਕੋ ਠਹਿਰੋ, ਪਿੱਛੇ ਕੀ ਪੜਿਆ ਇਹਨੂੰ ਵਿਚਾਰੋ, ਫਿਰ ਅੱਗੇ ਚੱਲਾਂਗੇ। ਤੋ ਗੁਰੂ ਕਿਰਪਾ ਕਰਦਾ ਜਦੋਂ ਪਰਮੇਸ਼ਰ ਮਿਲਾਉਂਦਾ, ਪਰਮੇਸ਼ਰ ਗੁਰੂ ਮਿਲਾਉਂਦਾ ਤੇ ਗੁਰੂ ਮੰਤਰ ਦਿੰਦਾ ਸਾਨੂੰ। ਵਾਹਿਗੁਰੂ ਗੁਰਮੰਤਰ ਜਿਵੇਂ ਸਾਨੂੰ ਦਿੱਤਾ ਪੰਜਾਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਸ਼ਬਦ ਗੁਰੂ ਗੋਬਿੰਦ ਸਿੰਘ ਨੇ ਉਦੋਂ ਉਚਾਰਿਆ ਜਦੋਂ ਸਿੰਘਾਂ ਦੇ ਸੀਸ ਕੱਟੇ ਪਏ ਸੀਗੇ। ਧੜ ਦੇ ਨਾਲ ਰੱਖ ਕੇ ਮੂੰਹ ਵਿੱਚ ਪਾ ਕੇ ਅੰਮ੍ਰਿਤ ਦਾ ਚੂਲਾ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵਾਹਿਗੁਰੂ ਸ਼ਬਦ ਉਚਾਰਿਆ ਤੇ ਉਹ ਪੰਜੇ ਸੁਰਜੀਤ ਕਰ ਲਏ ਦੁਬਾਰਾ। ਫਿਰ 80,000 ਦੇ ਇਕੱਠ ਨੇ ਕਿਹਾ, ਸਾਨੂੰ ਵੀ ਅੰਮ੍ਰਿਤ ਦਿਓ ਮਹਾਰਾਜ, ਇੰਨੀ ਪਾਵਰ ਹੈ, ਸਾਨੂੰ ਵੀ ਇਹਨਾਂ ਵਰਗੇ ਬਣਾ ਦਿਓ। ਪਾਤਸ਼ਾਹ ਕਹਿੰਦੇ ਵੀ ਇਹਨਾਂ ਵਰਗੇ ਤਾਂ ਇਹੋ ਹੀ ਆ, ਇਹ ਮੇਰੇ ਪੰਜ ਪਿਆਰੇ ਆ, ਤੁਸੀਂ ਇਹਨਾਂ ਤੋਂ ਅੰਮ੍ਰਿਤ ਪ੍ਰਾਪਤ ਕਰਕੇ ਸੱਚ ਵਾਲੇ ਬਣ ਜਾਓ। ਜੋ ਬਾਬਾ ਨਾਨਕ ਜਪਜੀ ਸਾਹਿਬ 'ਚ ਕਹਿੰਦਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨੀਏ, ਗੁਰ ਦੀ ਦਾਤ ਅਮਰ ਦੀ ਦਾਤ ਪ੍ਰਾਪਤ ਕਰੀਏ, ਰਹਿੰਦਾ ਜੀਵਨ ਸਫਲਾ ਕਰੀਏ ਤੇ ਰਹਿੰਦਾ ਸ਼ਬਦ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ੍ਹਾਂ ਨੇ ਸਤਿਗੁਰ ਨੂੰ ਸਿਮਰਿਆ ਸ਼ਬਦ ਨੂੰ ਜਪਿਆ। ਜਿਨ ਹਰ ਕਾ ਨਾਮ ਮਨ ਵਸਾਇਆ, ਜਿਨ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ। ਹਰ ਨਿਰਮਲ ਹਉਮੈ ਮੈਲ ਗਵਾਏ, ਜਿਵੇਂ ਅੱਜ ਦਾ ਫਰਮਾਨ ਹੈ ਹੁਕਮਨਾਮਾ। ਭਾਂਡਾ ਧੋਏ ਵੈਸ ਧੂਪ ਦੇਵੋ, ਤੋ ਦੂਧੇ ਕੋ ਜਾਵੋ ਦੂਧ ਕਰ ਫੁਨ। ਇਸ ਤਰ੍ਹਾਂ ਚੰਗੇ ਕਰਮ ਕਰਨੇ। ਹੁਣ ਸੁਰਤ ਸਮਾਇਨ, ਸੁਰਤ ਵਿੱਚ ਇਹਨੂੰ ਜਾਗ ਲਾਉਣਾ। ਜਿਵੇਂ ਦੁੱਧ ਵਿੱਚੋਂ ਘਿਓ ਨੂੰ ਜਾਗ ਲਾਉਣੇ ਆ ਨਾ, ਸ਼ਬਦ ਨੂੰ ਸੁਰਤ ਵਿੱਚ ਜਮਾਉਣਾ, ਭਾਵ ਸੁਰਤ ਵਿੱਚ ਸ਼ਬਦ ਨੂੰ ਪੱਕਾ ਕਰਨਾ, ਇਹਨੂੰ ਜਮਾਉਣਾ ਕਹਿੰਦੇ। ਹੋਏ ਸੁਰਤ ਸਮਾਇਨ, ਸੁਰਤ ਸਮਾਇਨ। ਇਸ ਤਰ੍ਹਾਂ ਚੰਗੇ ਕਰਮਾਂ ਨੂੰ ਸੁਰਤ ਵਿੱਚ ਰੱਖਣਾ, ਇਹ ਸਾਡਾ ਦੁੱਧ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਤੋ ਬਾਬਾ ਜੀ ਕਹਿੰਦੇ, ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਹਿਰਦੇ 'ਚ ਵਸਾਇਆ। ਹਰ ਨਿਰਮਲ ਹਉਮੈ ਮੈਲ ਗਰਾਏ, ਹਰ ਸੱਚੇ ਦਰ ਸੱਚੇ ਸੋਭਾ ਪਾਵਣਿਆ। ਉਹ ਪਰਮੇਸ਼ਰ ਦੇ ਦਰ 'ਤੇ ਵਡਿਆਈ ਪਾਉਂਦੇ ਆ, ਉਹਨਾਂ ਨੂੰ ਜੀ ਜੀ ਹੁੰਦੀ ਆ, ਉਹਨਾਂ ਨੂੰ ਸਤਿਕਾਰ ਮਿਲਦਾ। ਆਓ ਜੀ ਜੀ ਆਇਆਂ ਨੂੰ। ਕਿਹਨਾਂ ਨੂੰ ਮਿਲਦਾ ਹੈ? ਜਿਹੜੇ ਸੱਚ 'ਤੇ ਚੱਲਦੇ ਆ। ਝੂਠ ਭਾਵੇਂ ਐਂਟੀ ਚੱਲਦਾ, ਹਨੇਰਾ ਭਾਵੇਂ ਚਾਨਣ ਦੀ ਐਂਟੀ ਚੱਲਦਾ, ਚੱਲੂਗਾ। ਪਰ ਜਿਨ੍ਹਾਂ ਨੂੰ ਸੱਚ ਦੇ ਬਾਰੇ ਜਾਣਕਾਰੀ ਹੈ ਉਹ ਐਂਟੀ ਨਹੀਂ ਚੱਲਦੇ। ਰੇ ਰੇ ਦਰਗਹਿ ਕਹੈ ਨ ਕੋ, ਆਓ ਬੈਠ ਆਦਰ ਸ਼ੁਭ ਦਿਓ। ਜੇ ਕੋ ਜੀਓ ਕਹੈ ਉਹਨਾਂ ਕੋ, ਜਿਹੜੇ ਰੱਬ ਦੇ ਪਿਆਰਿਆਂ ਨੂੰ ਜੀ ਕਹਿਣਗੇ ਉਹਨਾਂ ਦੇ ਜਮਦੂਤ ਨੇੜੇ ਨਹੀਂ ਆਉਂਦੇ। ਕਿਉਂ? ਉਹ ਸੋਚਦੇ ਆ ਯਾਰ ਇਹਨਾਂ ਦੀ ਨਾਲ ਦੋਸਤੀ ਹੈ ਤੇ ਸਾਨੂੰ ਧਰਮਰਾਜ ਨੇ ਰੋਕਿਆ ਵੀ ਉੱਥੇ ਨਹੀਂ ਜਾਣਾਗਾ। ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਇਹ ਤਾਂ ਯਾਰ ਮੰਤਰੀ ਨਾਲ ਦੋਸਤੀ ਹੈ, ਆਪਾਂ ਇਹਨਾਂ ਲੜਾਈ ਨਹੀਂ ਕਰਨੀ। ਕਹੋ ਸਤਨਾਮ ਸਿੰਘ। ਤੇ ਜਿਨ੍ਹਾਂ ਦੀ ਦੋਸਤੀ ਰੱਬ ਦੇ ਪਿਆਰਿਆਂ ਨਾਲ ਹੈ ਤੇ ਰੱਬ ਦੇ ਪਿਆਰਿਆਂ ਦੀ ਰੱਬ ਨਾਲ ਹੈ, ਉੱਥੇ ਫਿਰ ਜਮਦੂਤ ਕਿਵੇਂ ਜਾਣਗੇ ਬਈ?
जय साधु गोबिंद भजन कीर्तन नानक नीत ना हो ना तू न छुटै निगट न जायो दूत। खैर अगले रहिंदे शब्द के विचार आपां कल नूं सरवण करांगे। हर निर्मल हौ मैं मैल गवाए दर सच्चै शोभा पावणिया। पर याद रखियो बिन गुर नाम न पाया जाए। गुरु तो बगैर गल नहीं बननी। सिद्ध साध करहे बिल लाए। साधना करन वाले धूणियां तापण वाले जल धारे करन वाले रिधियां सिद्धियां तो प्राप्त कर सकते हैं पर वो आनंद प्राप्त गुरु तो बिना नहीं होनागा। बिन गुर सेवे सुख न होवे पूरे भाग गुर पावने आ। तो जिमें जिमें आपां गुरु घर आउणे आ साडे भाग बनदे आ ते जिमें जिमें साडे भाग बनदे आ असीं गुरु दे नेड़े हुंदे जा रहे हैं। तो एक दिन गुरु ने चक के सानू परमेश्वर की गोद पा देना परमेश्वर दे विच मिला देना। बहुत बहुत धन्यवाद जिन्हां ने हाजरियां लवाइयां। अगले शब्द के विचार आपां कल नूं सरवण करांगे। बोलदियां नेकां अखर बाद घाट हो जाते। सिख संगतां ते सतगुरु बख्शण योग है बख्श लेना जी। समाप्ति करिए। मिलाओ फतेह पाओ फतेह। वाहिगुरू जी का खालसा वाहिगुरू जी की फतेह। वाहिगुरू